ਡੰਡੌਤ ਵੰਦਨ ਅਨਕ ਵਾਰ, ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦਾ ਇਤਿਹਾਸ ਬੜੇ ਪ੍ਰੇਮ, ਸ਼ਰਧਾ, ਸਤਿਕਾਰ, ਉਤਸ਼ਾਹ ਦੇ ਨਾਲ ਅਸੀਂ ਤੁਸੀਂ ਸਾਰੇ ਜਾਣੇ ਵਿਚਾਰ ਰਹੇ ਹਾਂ। ਅੱਜ ਆਪਾਂ ਨਿਤ ਅਵਤਾਰ ਤੇ ਵਿਚਾਰ ਕਰ ਰਹੇ ਹਾਂ। ਇਸ ਰੂਹਾਨੀ ਸੰਦੇਸ਼ ਪੁਸਤਕ ਦੇ ਵਿੱਚ ਸ਼੍ਰੀਮਾਨ 108 ਪਰਮ ਪੂਜਯ ਅਤੀ ਸਤਿਕਾਰਯੋਗ ਨਾਮ ਰਸੀਏ ਸੰਤ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦਾ ਜੋ ਪਵਿੱਤਰ ਜੀਵਨ ਪਰਮ ਪਿਆਰੇ ਸੰਤ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਜੀ ਨੇ ਅਤੀ ਘਾਲਣਾ ਘਾਲ ਕੇ ਬੜੇ ਉਦਮ ਦੇ ਨਾਲ ਆਪਣੇ ਹਸਤ ਕਮਲਾਂ ਦੁਆਰਾ ਲਿਖਣਾ ਕੀਤਾ ਹੈ। ਇਹ ਅਤੀ ਸ਼ਲਾਘਾਯੋਗ ਹੈ। ਮਹਾਂਪੁਰਸ਼ ਪ੍ਰਭੂ ਦੇ ਨਿਤ ਅਵਤਾਰ ਹੀ ਹੁੰਦੇ ਹਨ। ਸਾਧ ਰੂਪ ਆਪਣਾ ਤਨ ਧਾਰਿਆ, ਮਹਾਂ ਅਗਨ ਤੇ ਆਪ ਉਬਾਰਿਆ। ਸਾਧ ਪਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ। ਨਾਨਕ ਭ੍ਰਮ ਭੈ ਮਿਟ ਗਏ, ਰਵਣ ਰਾਮ ਭਰਪੂਰ। ਮਹਾਂਪੁਰਸ਼ ਆਪਣੀ ਸਾਰੀ ਉਮਰ ਅਕਾਲ ਪੁਰਖ ਦੇ ਭਜਨ, ਸਿਮਰਨ, ਅੰਮ੍ਰਿਤ ਪ੍ਰਚਾਰ ਅਤੇ ਇਲਾਹੀ ਕੀਰਤਨ ਦੇ ਵਿੱਚ ਬਿਤਾ ਰਹੇ ਹਨ। ਇਹੋ ਸੱਚਾ ਧਨ ਪ੍ਰਾਪਤ ਹੋਣ ਕਰਕੇ ਮਹਾਂਪੁਰਸ਼ ਅਕਾਲ ਪੁਰਖ ਦਾ ਹੀ ਸਰੂਪ, ਭਗਵੰਤ ਦਾ ਸਰੂਪ ਬਣ ਜਾਂਦੇ ਹਨ। ਸੇ ਸ਼ਾ ਭਗਵੰਤ ਸੇ ਸਚ ਸੰਪੈ ਕਰ ਰਾਸ। ਨਾਨਕ ਸੱਚ ਸੁਚ ਪਾਈਐ ਤਹਿ ਸੰਤਨ ਕੈ ਪਾਸ। ਉਹਨਾਂ ਮਹਾਂਪੁਰਸ਼ਾਂ ਵਿੱਚੋਂ ਇਹ ਇੱਕੋ ਮਹਾਨ ਪਵਿੱਤਰ ਵਿਅਕਤੀ ਸੰਤ ਹਨ ਜਿਨ੍ਹਾਂ ਨੇ ਸੰਗ ਕਰਕੇ, ਸੰਗਤ ਦੁਆਰਾ ਵਾਹਿਗੁਰੂ ਦਾ ਸਿਮਰਨ ਪ੍ਰਾਪਤ ਹੁੰਦਾ ਹੈ ਅਤੇ ਦ્વੈਤ ਭਾਵ ਦਾ ਨਾਸ਼ ਹੁੰਦਾ ਹੈ। ਆਤਮ ਵਿਸ਼ੈਣੀ ਬੁੱਧ ਦਾ ਪ੍ਰਕਾਸ਼ ਹੁੰਦਾ ਹੈ ਅਤੇ ਜਨਮ ਮਰਨ ਦੇ ਦੁੱਖਾਂ ਦਾ ਅਭਾਵ ਹੋ ਜਾਂਦਾ ਹੈ। ਇਸ ਪਰਥਾਏ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਣਾ ਕੀਤਾ ਹੈ। ਸੰਤ ਕਿਰਪਾ ਤੇ ਹਿਰਦੈ ਵਸੈ, ਦੂਜਾ ਭਉ ਮਿਟਾਵਣਾ। ਭਗਤ ਦਇਆ ਤੇ ਬੁੱਧ ਪ੍ਰਗਾਸੈ, ਦੁਰਮਤ ਦੂਖ ਤਜਾਵਣਾ। ਸੰਤ ਬਿਨਾ ਮੈਂ ਥਾਉ ਨਾ ਕੋਈ, ਅਵਰ ਨਾ ਸੂਝੈ ਜਾਵਣਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲਾਂ ਦੇ ਵਿਚਾਰ ਹਿਤ ਸੰਤ ਗਿਆਨੀ ਕਿਰਪਾਲ ਸਿੰਘ ਜੀ ਆਪਦੇ ਬਾਰੇ ਕੁਝ ਦੱਸ ਰਹੇ ਹਨ ਬਚਨ ਕਿ ਮੰਗਲਾਂ ਦੇ ਵਿਚਾਰ ਹਿਤ ਸੰਤ ਸਮਾਜ ਵੱਲੋਂ ਰੱਖੀ 1960 ਈਸਵੀ ਦੀ ਮੀਟਿੰਗ ਦੇ ਵਿੱਚ ਅਸਥਾਨ ਦੇ ਦਰਸ਼ਨ ਅਤੇ ਮਹਾਂਪੁਰਖਾਂ ਦੇ ਮਿਲਾਪ ਦਾ ਸੁਭਾਗ ਪ੍ਰਾਪਤ ਹੋਇਆ ਸੀ। ਉਸ ਸਮੇਂ ਸੰਤ ਜੀ ਮਹਾਰਾਜ ਨੇ ਅਤੀ ਨਿਮਰਤਾ ਨਾਲ ਬੜੇ ਪਿਆਰ ਦਾ ਸਬੂਤ ਦਿੱਤਾ। ਅਸਥਾਨ ਤੇ ਅੰਮ੍ਰਿਤ ਵੇਲੇ ਜਾਗਣ ਦੀ ਮਰਿਆਦਾ, ਨਾਮ ਬਾਣੀ ਤੇ ਕਥਾ ਕੀਰਤਨ ਦਾ ਪ੍ਰਵਾਹ, ਗੁਰੂ ਕੇ ਅਤੁੱਟ ਲੰਗਰ ਦੀ ਚਾਲੀ ਦੇਖ ਕੇ ਮਨ ਬੜਾ ਪ੍ਰਸੰਨ ਹੋਇਆ। ਇਸ ਤਰ੍ਹਾਂ ਦੀ ਉੱਚੇ ਸੁੱਚੇ ਜੀਵਨ ਵਾਲਿਆਂ ਮਹਾਂਪੁਰਸ਼ਾਂ ਦਾ ਜੋ ਅਮਲੀ ਜੀਵਨ ਸ਼੍ਰੀਮਾਨ ਸੰਤ ਗਿਆਨੀ ਮੋਹਨ ਸਿੰਘ ਜੀ ਨੇ
ਰੂਹਾਨੀ ਸੰਦੇਸ਼ ਵਿੱਚ ਅੰਕਿਤ ਕਰਨਾ ਕੀਤਾ ਹੈ। ਇਸ ਨੂੰ ਜਿਹੜਾ ਵੀ ਗੁਰਮੁਖ ਪੜ੍ਹ ਕੇ ਆਪਣੇ ਜੀਵਨ ਨੂੰ ਢਾਲੇਗਾ, ਉਸ ਦਾ ਲੋਕ ਅਤੇ ਪਰਲੋਕ ਸੁਖੇਲਾ ਹੋ ਜਾਵੇਗਾ। ਮੁੱਖ ਵਾਕ ਹੈ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਸ਼੍ਰੀਮਾਨ ਗਿਆਨੀ ਈਸ਼ਰ ਸਿੰਘ ਜੀ ਨਾਰਾ ਦਿੱਲੀ ਵਾਲਿਆਂ ਵੱਲੋਂ ਪੁਸ਼ਪ ਭੇਟ ਕੀਤੇ ਗਏ ਹਨ। ਰੂਹਾਨੀ ਸੰਦੇਸ਼ ਪੁਸਤਕ ਵਿੱਚ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਅਰਾੜਾ ਸਾਹਿਬ ਵਾਲਿਆਂ ਦਾ ਜੀਵਨ ਸਮਾਚਾਰ ਲਿਖ ਕੇ ਸੰਤ ਗਿਆਨੀ ਮੋਹਨ ਸਿੰਘ ਜੀ ਨੇ ਸਿਰਫ ਪੰਜਾਬੀ ਸਾਹਿਤ ਭੰਡਾਰ ਵਿੱਚ ਵਾਧਾ ਹੀ ਨਹੀਂ ਕੀਤਾ, ਸਗੋਂ ਸਿੱਖ ਸਮਾਜ ਦੇ ਨਵੀਨ ਬਗੀਚੇ ਨੂੰ ਇਸ ਅੰਮ੍ਰਿਤਮਈ ਜੀਵਨੀ ਦੇ ਵੱਤਰ ਦੇ ਨਾਲ ਸਦਾ ਖਿੜਾਓ ਵਿੱਚ ਰੱਖਣ ਦਾ ਪਰ ਉਪਕਾਰ ਕੀਤਾ ਹੈ। ਸੰਤ ਸ਼ਬਦ ਦੀ ਸੰਗਿਆ ਸਾਹਿਤ ਜਿਨ੍ਹਾਂ ਪੁਰਾਤਨ ਤੇ ਹੁਣ ਦਿਆਂ ਵਿਅਕਤੀਆਂ ਨੂੰ ਸਤਿਕਾਰਿਆ ਗਿਆ ਹੈ, ਉਹਨਾਂ ਦੀ ਪਹਿਚਾਣ ਦੇ ਕੁਝ ਕੁ ਵਿਸ਼ੇਸ਼ਣ ਗੁਰੂ ਅਰਜਨ ਦੇਵ ਜੀ ਦੇ ਜੋ ਸਹਿਸਕ੍ਰਿਤੀ ਬਾਣੀ ਦੇ ਸ਼ਲੋਕ ਹਨ, ਉਹਨਾਂ ਵਿੱਚ ਕੁਝ ਇਸ ਤਰ੍ਹਾਂ ਦੱਸੇ ਗਏ ਹਨ। ਸੰਤ ਉਦਰਣੰ ਦਇਆਲੰ ਆਸਰੰ ਗੋਪਾਲ ਕੀਰਤਨਕ ਹੈ, ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ਵਰ ਹੈ। ਅਰਥਾਤ ਸੰਤ ਦਿਆਲੂ ਪਰਮਾਤਮਾ ਦੇ ਆਸਰਿਤ ਹੁੰਦੇ ਹੋਏ ਆਪਣਾ ਉਧਾਰ ਨਿਸਤਾਰਾ ਸਮਝਦੇ ਅਤੇ ਉਸ ਦੇ ਕੀਰਤਨ ਵਿੱਚ ਰਤੇ ਰਹਿੰਦੇ ਹਨ। ਐਸੇ ਨਿਰਮਲ ਆਤਮਾ ਸੰਤ ਜੋ ਜਿਉ ਨਿਰਮਲ ਬਾਹਰੋਂ ਨਿਰਮਲ ਹਨ, ਉਹਨਾਂ ਦੀ ਸੰਗਤ ਦੁਆਰਾ ਪਰਮੇਸ਼ਵਰ ਦੀ ਓਟ ਸਰਪ੍ਰਸਤੀ ਪ੍ਰਾਪਤ ਹੋਇਆ ਕਰਦੀ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਦੇ ਵਿੱਚ ਉਕਤ ਗੁਰਵਾਕ ਪੂਰੀ ਤਰ੍ਹਾਂ ਸਫਲ ਹੋਇਆ ਹੈ। ਇਹ ਕੋਈ ਅਤ ਕਥਨੀ ਨਹੀਂ, ਬਲਕਿ ਆਪ ਦੀ ਸੰਗਤ ਕਰਨ ਵਾਲੇ ਕਿਸੇ ਵੀ ਵਿਅਕਤੀ ਸੱਜਣ ਦੀ ਇਹੋ ਰਾਏ ਹੋ ਸਕਦੀ ਹੈ, ਕਿਉਂਕਿ ਆਪ ਦੀ ਸਾਰੀ ਉਮਰ ਹੀ ਪ੍ਰਭੂ ਦੇ ਭਰੋਸੇ ਤੇ ਅੰਮ੍ਰਿਤ ਪ੍ਰਚਾਰ ਦੇ ਵਿੱਚ ਬੀਤੀ ਤੇ ਬਿਤਾਏ ਗਏ ਪਲ ਅਕਾਲ ਪੁਰਖ ਦੇ ਨਾਲ ਅਭੇਦ ਹੋਏ ਹੋਏ ਮਹਿਸੂਸ ਹੁੰਦੇ ਹਨ। ਇਹ ਵਾਕ ਵੀ ਐਸੇ ਸੰਤ ਪੁਰਸ਼ਾਂ ਬਾਬਤ ਫਰਮਾਇਆ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਪੈ ਅਵਰਹਿ ਨਾਮ ਜਪਾਵੈ। ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭਖੈ ਓੜ, ਹੀਰਾ ਕਿਸ ਕਾ ਬਾਪੁਰਾ ਪੁਜਖੈ ਨ ਰਤਨ ਕਰੋੜ। ਸੰਤ ਈਸ਼ਰ ਸਿੰਘ ਜੀ ਮਹਾਰਾਜ ਦੀ ਇਸ ਜੀਵਨ ਕਥਾ ਤੋਂ ਪਾਠਕਾਂ ਨੂੰ ਨਿਸ਼ਚਿਤ ਹੋ ਜਾਵੇਗਾ ਕਿ ਸ਼੍ਰੀ ਅਕਾਲ ਪੁਰਖ ਜੀ ਨੇ ਇਸ ਵਿਅਕਤੀ ਨੂੰ ਧੁਰ ਦਰਗਾਹ ਤੋਂ ਸਾਜ ਕੇ ਸੰਵਾਰ ਕੇ ਨਿਵਾਜ ਕੇ ਲੋਕ ਭਲਾਈ ਵਾਸਤੇ ਸੰਸਾਰ ਵਿੱਚ ਭੇਜਣਾ ਕੀਤਾ ਹੈ। ਆਪਣੀ ਪ੍ਰੇਰਣਾ ਤੇ ਸਰਪ੍ਰਸਤੀ ਵਿੱਚ ਹੀ ਇਹਨਾਂ ਗੁਰਮਤਿ ਪ੍ਰਚਾਰ ਕਰਾਇਆ, ਜੋ ਇਸ ਬਿਰਧ ਅਵਸਥਾ ਵਿੱਚ ਵੀ ਜਵਾਨੀ ਜਿਤਨੀ ਹਿੰਮਤ ਨਾਲ ਗੁਰਮਤਿ ਤੇ ਅੰਮ੍ਰਿਤ ਪ੍ਰਚਾਰ ਕਰਾਈ ਜਾ ਰਹੇ ਹਨ। ਸੰਤ ਮਹਾਰਾਜ ਜੀ ਦੀ ਪਰਉਪਕਾਰੀ ਵਿਅਕਤੀ ਨੇ ਪ੍ਰਚਾਰ ਤੋਂ ਇਲਾਵਾ ਜੋ ਕਈ ਥਾਈਂ ਪ੍ਰਚਾਰ ਕੇਂਦਰ ਤੇ ਲੰਗਰ ਮਰਿਆਦਾ ਵੀ ਚਲਾ ਰੱਖੀ ਹੈ, ਇਹ ਆਪ ਦੀਆਂ ਸਦਾ ਵਾਸਤੇ ਅਮਰ ਯਾਦਾਂ ਹਨ। ਕਿਹੜੇ ਕਿਹੜੇ ਪੱਖ ਵੱਲ ਝਾਤੀ ਮਾਰ ਦੇਖੀਏ ਕਿ ਵਿਦਿਆ ਪ੍ਰਚਾਰ ਵਿੱਚ ਕਿਤਨਾ ਹਿੱਸਾ ਪਾਇਆ ਹੈ। ਇਹ ਅਪਾਰ ਦੇਣ ਹੈ। ਮੇਰੀ ਤਾਂ ਇਹੋ ਅਰਦਾਸ ਬੇਨਤੀ ਹੈ, ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਸੋ ਸ਼੍ਰੀਮਾਨ 108 ਸੁਆਮੀ ਹਰੀ ਕਮਲ ਜੀ ਹਰਿਦੁਆਰ ਵਾਲੇ ਪ੍ਰੇਮ ਦੇ ਵਿੱਚ ਆ ਕਰਕੇ
ਕੈਸੀ ਖਿੱਚ ਵਾਲੇ ਪ੍ਰਵਚਨ ਲਿਖਦੇ ਹਨ ਜਿਹੜੇ ਹਿਰਦੇ ਨੂੰ ਟੁੰਬ ਜਾਂਦੇ ਹਨ। ਆਓ ਸਭ ਪ੍ਰੇਮੀ ਰਾੜੇ ਸੰਤਾਂ ਦੇ ਦਰਸ਼ ਕਰੋ। ਨਾਮਕ ਹੈ ਈਸ਼ਰ ਹਰ ਈਸ਼ਰ ਅਵਤਾਰ ਹੈ। ਦਰਸ਼ਨਾਂ ਦੇ ਵਿੱਚ ਖਿੱਚ ਆਈ ਐਸੀ ਦੇਖਣੇ ਮੇ, ਬਚਨਾਂ ਚ ਰਸ ਦਿੰਦੇ ਜੀਵਨ ਸੁਧਾਰ ਹੈ। ਨਹਿਰ ਕਿਨਾਰੇ ਤੇ ਨਜ਼ਾਰੇ ਅਲੋਕਾਰ ਦੇਖੇ, ਪੰਚਵਟੀ ਸਮਝਗਾ ਭਾਰਤੀ ਸ਼ਿੰਗਾਰ ਹੈ। ਮੁਕਤ ਭੁਗਤ ਦੋਨੋਂ ਹੱਥ ਜੋੜ ਖੜੀ ਰਹੇ, ਕਰਮ ਉਪਾਸ ਗਿਆਨ ਖੋਲਿਆ ਭੰਡਾਰ ਹੈ। ਤਥਾ ਗ੍ਰਾਸ ਤੇ ਨਿਵਾਸ ਮਿਲੇ ਭੇਦ ਭਾਵ ਬਿਨਾ, ਰਾਤ ਦਿਨ ਹੁੰਦਾ ਰਹੇ ਬੜਾ ਉਪਕਾਰ ਹੈ। ਅਣਗਿਣਤ ਬੰਦਿਆਂ ਦਾ ਜੀਵਨ ਬਦਲ ਦਿੱਤਾ, ਛੱਡ ਕੇ ਤੇ ਪਾਪ ਤਾਈ ਹੋਵੇ ਭਵ ਪਾਰ ਹੈ। ਦੇਸ ਪ੍ਰਦੇਸ਼ ਚ ਵਿਸ਼ੇਸ਼ ਹੀ ਰਟਨ ਕਰ, ਅਮੀ ਨਾਮ ਵਾਲੀ ਲਾਈ ਮਿੱਠੜੀ ਫੁਖਾਰ ਹੈ। ਰੂਹਾਨੀ ਸੰਦੇਸ਼ ਜੀਵਨ ਸੰਤ ਜੀ ਦਾ ਲਿਖ ਦਿੱਤਾ, ਗਿਆਨੀ ਮੋਹਨ ਸਿੰਘ ਜੀ ਨੇ ਕਰਿਆ ਤਿਆਰ ਹੈ। ਦੋਹਰਾ ਬਾਰਦ ਸੰਭਵ ਅਵਤਰੇ, ਬਾਰਜ ਸੇ ਨਿਰਲੇਪ, ਹਰ ਬਾਰਜ ਕੋ ਦਰਸ ਹੋਇ, ਸੰਤਾਂ ਕੇ ਟੇਕ। 1.25 ਲੱਖ ਫੌਜ ਦੇ ਮਾਲਕ ਸੈਦ ਖਾਂ ਜਰਨੈਲ ਦੀ ਸ਼ਰਧਾ ਲਿਖਦੇ ਹਨ। ਜਿਹਨੇ ਕਲੰਗੀਆਂ ਵਾਲੇ ਦੀ ਸ਼ਰਨ ਤੱਕੀ, ਉਹਨੂੰ ਚਾਹੀਦਾ ਹੋਰ ਆਨੰਦ ਨਾਹੀਂ। ਘਟ ਨਾਮ ਦੀ ਜੋਤ ਜਗਾਈ ਜਿਹਨੇ, ਉਹਨੂੰ ਚਾਹੀਦਾ ਚਾਨਣਾ ਚੰਦ ਨਾਹੀਂ। ਜਿਹਨੂੰ ਨਿਉ ਵਿੱਚੋਂ ਲਾਲਾਂ ਦੀ ਖਾਨ ਲੱਭੀ, ਜਿਹਨੂੰ ਨਿਉ ਵਿੱਚੋਂ ਲਾਲਾਂ ਦੀ ਖਾਨ ਲੱਭੀ, ਉਹਨੂੰ ਕੌਡੀ ਤੇ ਕੱਚ ਪਸੰਦ ਨਾਹੀਂ। ਮੈਂ ਤਾਂ ਸੱਚ ਆਖਾਂ ਭਾਵੇਂ ਰੰਜ ਹੋਵੇ, ਮੈਨੂੰ ਆਪਣਾ ਦੀਦ ਪਸੰਦ ਨਹੀਂ। ਭਾਈ ਨੰਦ ਲਾਲ ਜੀ ਦੀ ਸੇਵਾ ਤੇ ਰੀਝ ਕੇ ਦਾਤੇ ਵੱਲੋਂ ਦੁੱਧ ਮੱਖਣੀ ਪਾਲਿਆ ਨੰਦ ਲਾਲਾ, ਤੂੰ ਕੀ ਦੇਖਿਆ ਮੇਰਾ ਫਕੀਰ ਦਾ ਏ। ਝੂਠੇ ਟੁੱਕ ਖਾਵੇਂ ਮੱਥੇ ਧੂੜ ਲਾਵੇਂ, ਇਹ ਕੀ ਬਣ ਗਿਆ ਤੇਰੀ ਤਕਦੀਰ ਦਾ ਏ। ਕਾਨੂੰ ਛੱਡੀਆਂ ਮਹਿਲ ਤੇ ਮਾੜੀਆਂ ਤੂੰ, ਕਾਨੂੰ ਛੱਡੀਆਂ ਮਹਿਲ ਤੇ ਮਾੜੀਆਂ ਤੂੰ, ਰੁਤਬਾ ਪਾ ਕੇ ਵੱਡੇ ਵਜ਼ੀਰ ਦਾ ਏ। ਕਿਹਦੀ ਜ਼ੁਲਫ ਜੰਜੀਰ ਦੇ ਵਿੱਚ ਫਸਿਆ, ਵਾਰ ਖਾ ਕੇ ਕਿਸ ਦੇ ਤੀਰ ਦਾ ਏ। ਭਾਈ ਨੰਦ ਲਾਲ ਜੀ ਗੁਰੂ ਸਾਹਿਬ ਨੂੰ ਜਵਾਬ ਕੀ ਦਿੰਦੇ, ਬੇਨਤੀ ਕੀ ਕਰਦੇ ਐ। ਉੱਥੇ ਤੇਜ਼ ਤਲਵਾਰ ਨਾ ਕੰਮ ਕਰਦੀ, ਐ ਕਲਗੀ ਵਾਲੜਿਆ। ਉੱਥੇ ਤੇਜ਼ ਤਲਵਾਰ ਨਾ ਕੰਮ ਕਰਦੀ, ਜਿੱਥੇ ਨੈਣਾਂ ਦਾ ਹੋਆ ਸ਼ਿਕਾਰ ਤੇਰਾ। ਭੁੱਲ ਗਿਆ ਮੈਂ ਕਾਬਲ ਕੰਧਾਰ ਗਜਨੀ, ਜਦੋਂ ਦੇਖਿਆ ਆਣ ਦਰਬਾਰ ਤੇਰਾ। ਭਾਈ ਧੰਨਾ ਸਿੰਘ ਕਾਹੀ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਕਵੀ ਹੈ। ਕਵੀ ਕੀ ਲਿਖਦਾ ਹੈ, ਜੇਕਰ ਮੇਰੇ ਤੇ ਸਤਿਗੁਰਾਂ ਤੁਠਿਆਂ ਤੋਂ, ਜੇਕਰ ਮੇਰੇ ਤੇ ਸਤਿਗੁਰਾਂ ਤੁਠਿਆਂ ਤੋਂ, ਕਰ ਲੈ ਆਪਣੇ ਦਾਸਾਂ ਦਾ ਦਾਸ ਮੈਨੂੰ। ਤੇਰੇ ਘੋੜਿਆਂ ਦੀ ਲਿੱਦ ਚੁੱਕਦਾ ਰਹਾ, ਜਿਚਰ ਜ਼ਿੰਦਗੀ ਦੇ ਮਿਲਣ ਸਵਾਸ ਮੈਨੂੰ। ਹੁਣ ਪਰਖ ਤੇ ਪੜਚੋਲ ਇਸ ਗ੍ਰੰਥ ਦੀ ਕੀ ਹੈ। ਸ਼ਮਸ਼ੇਰ ਸਿੰਘ ਜੀ ਅਸ਼ੋਕ ਸਿੱਖ ਰਿਸਰਚ ਸਕਾਲਰ ਕੀ ਲਿਖਦੇ ਹਨ। ਰੂਹਾਨੀ ਸੰਦੇਸ਼ ਦੇ ਪ੍ਰਚਾਰਕ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਕਹਿੰਦੇ, ਮੈਂ 20-25 ਸਾਲ ਤੋਂ ਦਰਸ਼ਨ ਕਰ ਰਿਹਾ ਹਾਂ। ਇਹ ਇਸ ਕਰਕੇ ਕਿ ਰਾੜਾ ਸਾਹਿਬ ਤੋਂ ਮੇਰਾ ਪਿੰਡ ਗੁਆਰਾ ਸੰਗਰੂਰ ਦੇ ਵਿੱਚ, ਜ਼ਿਲ੍ਹਾ ਸੰਗਰੂਰ 'ਚ, ਜੋ ਮਲੇਰਕੋਟਲੇ ਤੋਂ 5 ਮੀਲਾਂ ਦੇ ਫਾਸਲੇ ਤੇ ਹੈ। ਸਿੱਧਾ 20 ਮੀਲ ਤੇ ਅਹਿਮਦਗੜ੍ਹ ਵਾਲੀ ਸੜਕ ਤੇ, ਰਸਤੇ 30 ਮੀਲ ਦੀ ਵਿੱਥ ਤੇ ਹੈ।
ਦੂਜੇ ਬੰਨੇ ਸੰਤ ਬਾਬਾ ਜੀ ਦੀ ਹੋਰ ਵਧੇਰੇ ਜਾਣ ਪਛਾਣ ਇਸ ਕਰਕੇ ਵੀ ਹੋਈ ਕਿ ਮੇਰੀ ਜ਼ਿੰਦਗੀ ਦਾ ਬਹੁਤਾ ਸਮਾਂ ਪਟਿਆਲੇ ਰਹਿੰਦਿਆਂ ਗੁਜ਼ਰਿਆ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦਾ ਬਹੁਤਾ ਆਤਮਿਕ ਸੰਬੰਧ ਚੂੰਕਿ ਪਟਿਆਲੇ ਤੇ ਉਹਦੇ ਇਰਦ ਗਿਰਦ ਦੇ ਇਲਾਕੇ ਨਾਲ ਰੇਖਾ ਹੈ, ਇਸ ਲਈ ਪਟਿਆਲੇ ਰਹਿ ਕੇ ਵੀ ਮੈਨੂੰ ਕਈ ਵਾਰ ਉਹਨਾਂ ਦੇ ਸਤ ਸੰਗਤ ਵਿੱਚ ਜਾਣ ਦਾ ਸਮਾਂ ਮਿਲਦਾ ਰਿਹਾ। ਇਸ ਤਰ੍ਹਾਂ ਕਈ ਵਾਰ ਮੈਂ ਉਹਨਾਂ ਦੇ ਅੰਮ੍ਰਿਤ ਪੀਨੇ ਅਖੰਡ ਕੀਰਤਨ ਤੋਂ ਬਹੁਤ ਆਨੰਦ ਮਾਣਦਾ ਰਿਹਾ। ਆਪ ਜੀ ਦਾ ਆਲੋਵਾਲ ਪਿੰਡ ਦੇ ਸਰਦਾਰ ਘਰਾਣੇ ਵਿੱਚ ਜਨਮ ਹੋਇਆ। ਭਾਵੇਂ ਆਪ ਚੌਵਾਂ ਭਰਾਵਾਂ ਦੇ ਵਿੱਚੋਂ ਵੀ ਵੱਡੇ ਹਨ, ਪਰ ਬਚਪਨ ਵਿੱਚ ਸਤਸੰਗ ਦੀ ਲਿਵ ਲੱਗਣ ਦੇ ਕਾਰਨ ਕੁਦਰਤੀ ਤੌਰ ਤੇ ਰੂਹਾਨੀਅਤ ਦਾ ਵਡੱਪਣ ਵੀ ਬਹੁਤਾ ਇਹਨਾਂ ਦੇ ਹਿੱਸੇ ਹੀ ਆਇਆ ਹੈ। ਆਪ ਸੰਨ 1923 ਈਸਵੀ ਦੇ ਵਿੱਚ ਜਦ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਕਾਰ ਸੇਵਾ ਦਾ ਪੁਰਬ ਪ੍ਰਾਰੰਭ ਹੋਇਆ ਤਾਂ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲਿਆਂ ਦੇ ਪੱਕੇ ਸਤਸੰਗੀ ਬਣ ਗਏ ਸਨ। ਬਸ ਉਸ ਤੋਂ ਬਾਅਦ ਫਿਰ ਆਪ ਮੁੜ ਘਰ ਵਾਪਸ ਨਾ ਗਏ। ਆਪ ਨੂੰ ਧੀਰੇ ਧੀਰੇ ਨਾਮ ਦੀ ਗੂੜੀ ਰੰਗਣ ਅਜਿਹੀ ਚੜ੍ਹੀ ਕਿ ਚੌਚੱਕਾਂ ਵਿੱਚ ਮਸ਼ਹੂਰ ਹੋ ਗਏ ਤੇ ਰੇਰੂ ਸਾਹਿਬ ਹੀ ਟਿਕ ਗਏ। ਉਪਰੰਤ ਸਰਦਾਰ ਗਿਆਨ ਸਿੰਘ ਦੇ ਸਹਿਯੋਗ ਨਾਲ ਕਰਮਸਰ ਰਾੜਾ ਸਾਹਿਬ ਆਪਣੇ ਪ੍ਰਚਾਰ ਦਾ ਕੇਂਦਰ ਥਾਪ ਕੇ ਉੱਥੇ ਹੀ ਨਾਮ ਬਾਣੀ ਵਿੱਚ ਮਸਤ ਹੋ ਕੇ ਰਹਿਣ ਲੱਗ ਪਏ ਅਤੇ ਮਹਾਨ ਤਪ ਤਿਆਗ ਦੀ ਮੂਰਤੀ ਹੋ ਕੇ ਕਠਨ ਤਪੱਸਿਆ ਕੀਤੀ, ਜਿਸ ਦੀ ਮਿਸਾਲ ਆਪ ਜੀ ਆਪ ਹੀ ਹਨ। ਉਸ ਦਾ ਜ਼ਿਕਰ ਇਸ ਪੁਸਤਕ ਦੇ ਵਿੱਚ ਬੜੇ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦਾ ਜੀਵਨ ਰੂਹਾਨੀ ਸੰਦੇਸ਼ ਪੰਜਾਬੀ ਪਾਠਕਾਂ ਨੂੰ ਦੇਣ ਬਦਲੇ ਉਹਨਾਂ ਦੇ ਪਰਮ ਸ਼ਰਧਾਲੂ ਸੰਤ ਗਿਆਨੀ ਮੋਹਨ ਸਿੰਘ ਜੀ ਨੇ ਇਸ ਪੁਸਤਕ ਦੇ ਰਾਹੀਂ ਜੋ ਸੇਵਾ ਕੀਤੀ ਹੈ ਸੱਚਮੁੱਚ ਹੀ ਸ਼ਲਾਘਾਯੋਗ ਹੈ। ਮੈਂ ਸਫਲ ਰੂਹਾਨੀ ਸੰਦੇਸ਼ ਦੇ ਸੰਬੰਧ ਵਿੱਚ ਇਸ ਦੇ ਲੇਖਕ ਨੂੰ ਹਾਰਦਿਕ ਵਧਾਈ ਪੇਸ਼ ਕਰਦਾ ਹਾਂ। ਰੰਗ ਰਤੜੀਆਂ ਅਨਭੂਤੀਆਂ ਪੰਤ ਪ੍ਰਸਿੱਧ ਲਾਸਾਨੀ ਸੋਧਕ ਸ਼੍ਰੀਮਾਨ ਗਿਆਨੀ ਮਹਿੰਦਰ ਸਿੰਘ ਜੀ ਰਤਨ ਕੀ ਲਿਖਦੇ ਹਨ, ਉਹ ਵੀ ਜਰਾ ਗੌਰ ਫਰਮਾਣਾ। ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਿਨ੍ਹਾਂ ਮਹਾਂਪੁਰਸ਼ਾਂ ਦੇ ਜੀਵਨ ਤੋਂ ਬੇਅੰਤ ਜੀਵਾਂ ਨੂੰ ਜੀਵਨ ਪੰਧ ਵਾਸਤੇ ਉਜਾਲਾ ਪ੍ਰਾਪਤ ਹੁੰਦਾ ਹੈ, ਉਹਨਾਂ ਬ੍ਰਹਮ ਗਿਆਨੀ ਪਰਮ ਪੁਰਖਾਂ ਦੇ ਗੁਣਾਂ ਦਾ ਵਰਣਨ ਪਰੈ ਹੀ ਤੇ ਪਰੈ ਅਪਰ ਅਪਾਰ ਪਰਖ ਹੈ। ਇਸ ਲਈ ਮਨ ਬਾਚ ਕ੍ਰਮ ਦੁਆਰਾ ਰੰਗ ਰਤੜੀਆਂ ਮਹਾਨ ਅਨਭੂਤੀਆਂ ਦੇ ਸ਼ੁਭ ਬਚਨਾਂ ਨੂੰ ਸਤ ਜਾਣ ਕੇ ਉਹਨਾਂ ਅਨੁਸਾਰ ਆਪਣੇ ਆਪ ਨੂੰ ਢਾਲਣਾ, ਬਣਾਉਣਾ ਤੇ ਸੰਵਾਰਨਾ ਹੀ ਅਤ ਉੱਤਮ ਕਰਮ ਹੋਇਆ ਕਰਦਾ ਹੈ। ਜਿਨ੍ਹਾਂ ਵਡਭਾਗਿਆ ਮਰ ਜੀਵੜਿਆ ਨੇ ਮਨ ਤਨ ਮਨ ਧਨ ਸਭ ਸੌਪ ਗੁਰੂ ਕਾ ਹੁਕਮ ਮੰਨਿਆ ਪਾਈਐ ਦੇ ਚੱਜ ਆਚਾਰ ਨੂੰ ਅਪਣਾਇਆ ਹੈ। ਫਿਰ ਉਹਨਾਂ ਨੂੰ ਸੰਸਾਰਕ ਪਦਾਰਥਾਂ ਦੀ ਥੁੜਤਾ ਕੀ ਰਿੱਧ ਸਿੱਧ ਨਵ ਨਿਧੀ ਜਾ ਕੇ ਅੰਮ੍ਰਿਤਾ ਪ੍ਰਵਾਹ ਹੋ ਕੇ ਮਨਵਾਂਛਿਤ ਪਦਾਰਥਾਂ ਦਾ ਆਨੰਦ ਪ੍ਰਾਪਤ ਹੋਣ ਵਿੱਚ ਕੋਈ ਵਿਘਨ ਪੈਦਾ ਨਹੀਂ ਹੁੰਦਾ। ਅਲਖ ਅਪਾਰ ਅਗੰਮ ਨਾਲ ਇੱਕ ਸੁਰ ਹੋਏ ਮਹਾਨ ਤਪਸਵੀ ਪ੍ਰਭੂ ਹੁਕਮਬੱਧ ਅਭਿੰਨਤਾ ਤੋਂ ਭਿੰਨ ਸਵਰੂਪ ਵਿੱਚ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੈ ਤਿੱਤਾ ਲਿਗੋ ਉਬਾਰ। ਦੇ ਮਹਾਵਾਕ ਨੂੰ ਸਫਲਾਉਣ ਵਾਸਤੇ
जग और न या के महात्म में अवतार उजागर आन कियो दे। ओले विच हम रुलते फिरते कोई बात ना पूछता, गुरु सतगुरु संग कीरे खम थापे। ਦੀ ਅਮੋਗ ਬਰਖਾ ਨਾਲ ਨਿਹਾਲ ਕਰਨ ਵਿੱਚ ਰੰਚਕ ਵੀ ਸੰਕੋਚ ਨਹੀਂ ਕਰਦੇ। ਉਹਨਾਂ ਪਰਮ ਪ੍ਰੇਮੀਆਂ ਵਡਭਾਗਿਆਂ ਦੇ ਭਾਗਾਂ ਦੀ ਸਰਾਹਨਾ ਕਿਵੇਂ ਕੀਤੀ ਜਾਵੇ, ਜਿਨ੍ਹਾਂ ਨੂੰ ਪਰਮ ਪੁਰਖ ਦਿਵਾਦ ਦੇਵ ਦੇ ਸਰਗੁਣ ਸਵੈਰੂਪ ਸ਼੍ਰੀਮਾਨ ਸੰਤ ਈਸ਼ਰ ਸਿੰਘ ਜੀ ਮਹਾਰਾਜ ਦੀ ਪਹਿਚਾਣ ਹੋਈ। ਔਰ ਉਹਦੇ ਚਰਨ ਕਮਲਾਂ ਵਿੱਚ ਭੌਰਿਆਂ ਵੱਤ ਮੁਗਧ ਮਨ ਹੋਏ ਸਾਖਸ਼ਾਤ ਦਰਸ਼ਨ ਦੀਦਾਰ ਦਾ ਸੁਭਾਗ ਪ੍ਰਾਪਤ ਕਰਦੇ ਸਨ। ਧਨ ਹਨ ਉਹ ਪ੍ਰੇਮੀ ਤੇ ਧਨ ਹਨ ਉਹਨਾਂ ਦੇ ਪਰਪੱਕ ਨਿਸ਼ਚੇ, ਭਰੋਸੇ, ਲਗਨ ਤੇ ਪ੍ਰੇਮ ਪਿਆਰ ਤੇ ਗਹਿਰ ਗੰਭੀਰ ਅਥਾਹ ਪ੍ਰੇਮ ਤਰੰਗ। ਅਤੇ ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਤਨ ਮਸ, ਧਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਅਨੁਸਾਰ ਉਹ ਮਾਣ ਸੰਤ ਗਿਆਨੀ ਮੋਹਨ ਸਿੰਘ ਜੀ ਆਜ਼ਾਦ ਜੀ ਨੇ ਪ੍ਰਭੂ ਭਗਤ ਜਨਾਂ ਦਾ ਜਸ ਲਿਖ ਕੇ ਆਪਣਾ ਮਨੁੱਖਾ ਜਨਮ ਸਫਲਾ ਕੀਤਾ ਹੈ। ਪ੍ਰਭੂ ਦੀ ਬੇਅੰਤਤਾ ਮੱਛਰ ਚੁੱਕ ਕੇ ਨਾ ਸਕੇ ਪਹਾੜ ਤਾਈਂ, ਕਿਹੜੀ ਟੱਪ ਨਾ ਸਾਗਰੋਂ ਪਾਰ ਜਾਂਦੀ। ਪੰਖੀ ਕੋਈ ਆਕਾਸ਼ ਦਾ ਅੰਤ ਚਾਹੇ, ਆਵੇ ਅੰਤ ਨਾ ਜਿੰਦੜੀ ਹਾਰ ਜਾਂਦੀ। ਸੱਤ ਸਾਗਰਾਂ ਦੀ ਭਾਵੇਂ ਮਸ ਹੋਵੇ, ਲਿਖਣ ਹੋਏ ਭਾਵੇਂ 18 ਭਾਰ ਜਾਂਦੀ। ਧਰਤੀ ਕੁੱਲ ਹੋ ਜਾਏ ਜੇ ਕਾਗਜ਼ਾਂ ਦੀ, ਮਹਿਮਾ ਲਿਖੀ ਨਾ ਅਪਰ ਅਪਾਰ ਜਾਂਦੀ। ਤੇਰੇ ਚਮਕਦੇ ਨੂਰ ਦੀ ਝਲਕ ਇੱਕੋ, ਤੇਰੇ ਚਮਕਦੇ ਨੂਰ ਦੀ ਝਲਕ ਇੱਕੋ, ਲੱਖਾਂ ਪਾਪੀਆਂ ਦੇ ਬੇੜੇ ਤਾਰ ਜਾਂਦੇ। ਇੱਕ ਵਾਰ ਜੇ ਨਜ਼ਰ ਪਰ ਦੇਖ ਲੈਂਦੇ, ਨਜ਼ਰ ਦੁਖੜੇ ਕੋਟ ਨਿਵਾਰ ਜਾਂਦੀ। ਤੇਰੇ ਰੋਮ ਦੇ ਤੁਲਨਾ ਕੋਟ ਗੰਗਾ, ਤੇਰੇ ਰੋਮ ਦੇ ਤੁਲਨਾ ਕੋਟ ਗੰਗਾ। ਲੋਕੀ ਨਹਾਵਣੇ ਲਈ ਹਰਿਦੁਆਰ ਜਾਂਦੀ। ਮੇਰੇ ਸ਼ਹਿਨਸ਼ਾਹ ਤੇਰੀ ਮਿੱਠ ਬੋਲੀ, ਹ੍ਰਿਦੇ ਤਪਦਿਆਂ ਸੜਦਿਆਂ ਠਾਰ ਜਾਂਦੀ। ਜਿਨ੍ਹਾਂ ਉੱਤੇ ਨਾ ਮੇਘਰ ਦੀ ਨਜ਼ਰ ਕੀਤੀ, ਚਿੱਚੜ ਦੁੱਧ ਜਿਉਂ ਲਗਨ ਸਾਰ ਜਾਂਦੀ। ਇੱਕ ਵਾਰ ਜਿਸ ਧਰਤ ਨੂੰ ਚਰਨ ਲੱਗੇ, ਦੁਨੀਆ ਟੇਕ ਮੱਥੇ ਵਾਰ ਵਾਰ ਜਾਂਦੀ। ਚਰਣੀ ਲੱਗ ਕੇ ਆਖਦੇ ਧੰਨ ਦਾਤਾ, ਚਰਣੀ ਲੱਗ ਕੇ ਆਖਦੇ ਧੰਨ ਦਾਤਾ। ਮੇਰੀ ਜਿੰਦ ਬਲੇਖਾਰ ਬਲੇਖਾਰ ਜਾਂਦੀ। ਦੇਵੋ ਧੂੜ ਜੇ ਆਪਣੇ ਜੋੜਿਆਂ ਦੀ, ਤੇਰੀ ਮਿਹਰ ਤੁਰਾਂ ਦੈ ਲੂਲਿਆਂ ਨੂੰ। ਕਾਇਆ ਪਲਟ ਕੇ ਕੰਗਲੇ ਕੋੜਿਆਂ ਦੀ, ਅਹੰਗ ਮੇਟ ਕੇ ਜੀਵ ਤੋਂ ਬ੍ਰਹਮ ਹੋਵਾਂ। ਦੇਵੋ ਮਾਲੂਮ ਜੇਖਰ ਜੇ ਹਿਜ਼ਰ ਦੇ ਫੋੜਿਆਂ ਦੀ। ਇੱਛਾਵਾਨ ਮੈਂ ਰਾਜ ਦੇ ਸੁਰਗਦਾਨੀ, ਨਾਹੀਂ ਲੋੜ ਮੈਨੂੰ ਹਾਥੀ ਘੋੜਿਆਂ ਦੀ। ਜਨਮ ਮਰਨ ਦੇ ਦੁੱਖੋਂ ਆਜ਼ਾਦ ਹੋਵਾਂ, ਦੇਵੋ ਧੂੜ ਜੇ ਆਪਣੇ ਜੋੜਿਆਂ ਦੀ। ਸਦ ਸੰਗਤ ਜੀ ਪ੍ਰਾਰੰਭਤਾ ਹੋ ਰਹੀ ਹੈ। ਇੱਥੋਂ ਤੱਕ ਤਾਂ ਵਿਦਵਾਨਾਂ ਨੇ ਮਹਿਮਾ ਹੀ ਕੀਤੀ ਹੈ ਸੰਤ ਮਹਾਰਾਜ ਜੀ ਦੀ ਅਤੇ ਰੂਹਾਨੀ ਸੰਦੇਸ਼ ਦੀ। ਹੁਣ ਪ੍ਰਾਰੰਭਤਾ ਦੀਆਂ ਬੇਨਤੀਆਂ ਪ੍ਰਾਰੰਭ ਹੋ ਰਹੀਆਂ ਨੇ। ਕੁੰਡਲੀਆ ਨਾਨਕ ਗੁਰ ਅੰਗਦ ਅਮਰ, ਰਾਮਦਾਸ ਗੁਰ ਜਾਨ, ਅਰਜਨ ਹਰ ਗੋਬਿੰਦ ਜੀ। ਹਰ ਰਾਏ ਸੁਖ ਭਾਨ, ਹਰ ਰਾਏ ਸੁਖ ਭਾਨ, ਵਹੀ ਹਰ ਕ੍ਰਿਸ਼ਨ ਸਰੂਪਾ। ਤੇਗ ਬਹਾਦਰ ਧੀਰ ਵੀਰ, ਗੁਰਦਸਵੇਂ ਭੂਪਾ। ਏਕ ਜੋਤ ਦਸ ਰੂਪ,
ਨਹੀਂ ਜਾਮੈ ਕਿਛ ਆਨਕ, ਸੋਈ ਪੂਰਨ ਬ੍ਰਹਮ ਬਸੇ ਮਮ ਹਿਰਦੇ ਨਾਨਕ। ਦੋਹਰਾ। ਗੁਰੂ ਗ੍ਰੰਥ ਪੁਨ ਪੰਥ ਕੇ, ਪਰਮ ਨਿਮਰਤਾ ਸਾਥ, ਬਾਰੰਬਾਰ ਬੰਧਨ ਕਰੋ, ਧਰ ਪਰ ਧਰ ਕਰ ਮਾਤ। ਕਿਰਪਾ ਕੀਜੋ ਦਾਸ ਪਰ, ਹੋਵੇ ਉੱਤਮ ਬੁੱਧ, ਵੱਧ ਘਟ ਅੱਖਰ ਹੋਏ ਜੋ, ਆਪੇ ਕਰਿਓ ਸ਼ੁੱਧ। ਦੇਹੋ ਨਾਮ ਦੀ ਦਾਤ, ਹੋਤੀ ਦੇ ਸ਼ੁਭ ਨਾਮ ਨੂੰ ਕੀਤਾ ਜਿਸ ਮਸ਼ਹੂਰ। ਪਹਿਰੇ ਉੱਤੇ ਅਕਾਲ ਖਾਂ, ਖੜਿਆ ਆਪ ਹਦੂਰ। ਕਰੂੰ ਬੰਦਨਾ ਬੰਦ ਕਰ, ਕਰਮ ਹਰੀ ਦਰਵੇਸ਼। ਕਰਮ ਕਰੋ ਬੰਧਨ ਹਰੋ, ਚਰਣੀ ਰੱਖੋ ਹਮੇਸ਼। ਅਤਰ ਮਿਰਗਿੰਦ ਮਿਰਗਿੰਦ ਸਮ, ਹਰੋ ਅਵਿਦਿਆ ਏਣ। ਅਮੀਨ ਦ੍ਰਿਸ਼ਟ ਨਿਹਾਰੀਐ, ਕਰੋ ਸੁਮਤ ਧਰੇਣ। ਈਸ ਜੀਵ ਕਾ ਭੇਦ ਨਹਿ, ਲਖਾ ਬੇਦ ਨ ਸਾਰ। ਈਸ਼ਰ ਬਪ ਮਮ ਈਸ ਹਰ, ਤਰਾ ਸੁਭਾਵ ਅਵਤਾਰ। ਰਾਜਾ ਜੋਗ ਮੈਂ ਅਚਲ ਰਹਿ, ਏਕ ਦ੍ਰਿਸ਼ਟ ਤਮ ਤਾਰ। ਕ੍ਰਿਸ਼ਨ ਹਰੀ ਅਰਜਨ ਸਖਾ, ਪਾਂਡਵ ਕੇਰ ਦਾਤਾਰ। ਤੁਮ ਦਾਤੇ ਸਭ ਪਿਛਕਾ, ਦੇਖੋ ਨਾਮ ਕੀ ਦਾਤ। ਚਰਨ ਕਮਲ ਰਜ ਜਾਚਨਾ, ਕਰੋ ਆਜ਼ਾਦ ਅਗਿਆਤ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਕਰਮਸਰ ਰਾੜਾ ਸਾਹਿਬ ਵਾਲਿਆਂ ਦੇ ਰੂਹਾਨੀ ਸੰਦੇਸ਼ ਦੀ ਪ੍ਰਾਰੰਭਤਾ ਹੋ ਰਹੀ ਹੈ। ਭਾਗ ਪਹਿਲਾ ਹੈ, ਕਾਂਡ ਪਹਿਲਾ ਹੈ, ਪਰੰਪਰਾ ਬੰਸਾਵਲੀ ਖਾਨਦਾਨੀ ਪਿਛੋਕੜ। ਮਾਲਵੇ ਦੇ ਸਿੱਧ ਜਗਦੇਵ ਪੰਬਾਰ ਦਾ ਇਤਿਹਾਸ ਲਿਖਿਆ ਜਾ ਰਿਹਾ ਹੈ। ਪਰਮਾਰ, ਪਵਾਰ ਅਥਵਾ ਪੰਵਾਰ ਛਤਰੀ ਰਾਜਪੂਤਾਂ ਦੀ ਇੱਕ ਪ੍ਰਸਿੱਧ ਜਾਤੀ ਹੈ, ਜਿਸ ਨੂੰ ਅਗਨੀ ਕੁਲ ਆਖਿਆ ਜਾਂਦਾ ਹੈ। ਰਾਜਪੂਤ ਜਾਤੀ 3 ਕੁਲਾਂ ਵਿੱਚ ਵੰਡੀ ਹੋਈ ਹੈ। ਇੱਕ ਸੂਰਜ ਕੁਲ ਹੈ, ਜਿਸ ਵਿੱਚ ਸ਼੍ਰੀ ਰਾਮ ਚੰਦਰ ਜੀਆਂ ਦਾ ਅਵਤਰਨ ਹੋਇਆ। ਦੂਸਰੀ ਚੰਦਰਵੰਸ਼ੀ ਹੈ, ਜਿਸ ਵਿੱਚ ਕ੍ਰਿਸ਼ਨ ਮਹਾਰਾਜ ਦਾ ਅਵਤਰਨ ਹੋਇਆ। ਤੀਸਰੀ ਅਗਨ ਕੁਲ ਹੈ, ਜਿਸ ਵਿੱਚ ਰਾਜਾ ਜਨਮੇਜਾ ਹੋਇਆ। ਇਸ ਬੰਸ ਦੀ ਕਥਾ, ਰਾਜਾ ਜਨਮੇਜਾ ਜੀ ਦੀ ਕਥਾ ਇਉਂ ਚੱਲਦੀ ਹੈ। ਰਾਜਾ ਜਨਮੇਜਾ ਦੇ ਅਸਮੇਧ ਤੇ ਅਸਮੇਧਾਨ 2 ਪੁੱਤਰ ਪਹਿਲਾਂ ਸਨ। ਤੀਸਰਾ ਪੁੱਤਰ ਅਜੈ ਸਿੰਘ ਰਜ਼ੀਆ ਨਾਮੇ ਧੋਬਣ ਤੋਂ ਪੈਦਾ ਹੋਇਆ ਸੀ। ਉਹ ਆਪਣੇ ਭਰਾਵਾਂ ਨੂੰ ਮਾਰ ਕੇ ਕਿਲਾ ਪ੍ਰੀਛਤਗੜ੍ਹ ਜ਼ਿਲ੍ਹਾ ਮੇਰਠ ਵਿੱਚ ਰਾਜ ਕਰਨ ਲੱਗਾ। ਮਾਲਵੇ ਦਾ ਇਲਾਕਾ ਵੀ ਕੁਝ ਚਿਰ ਉਸ ਦੇ ਅਧੀਨ ਰਿਹਾ। ਉਸ ਨੂੰ ਭੱਟਾਂ ਨੇ ਰਜੀਆਪੂਤ ਕਹਿ ਕੇ ਵਡਿਆਇਆ। ਰਜੀਆਪੂਤ ਦਾ ਨਾਮ ਵਿਗੜ ਕੇ ਰਾਜਪੂਤ ਸ਼ਬਦ ਸਾਰੇ ਕਿਤੇ ਪ੍ਰਸਿੱਧ ਹੋ ਗਿਆ। ਉਸ ਦੇ ਦਰਬਾਰੀਆਂ ਨੇ ਵੀ ਆਪਣੇ ਆਪ ਨੂੰ ਰਾਜਪੂਤ ਅਖਵਾਉਣਾ ਚੰਗਾ ਸਮਝਿਆ। ਇਸ ਕੁਲ ਦਾ ਕੁਝ ਕੁ ਬਿਰਤਾਂਤ 10ਮ ਪਾਤਸ਼ਾਹ ਜੀ ਨੇ 10ਮ ਗ੍ਰੰਥ ਗਿਆਨ ਪ੍ਰਬੋਧ ਵਿੱਚ ਵੀ ਲਿਖਣਾ ਕੀਤਾ ਹੈ। ਇਹ ਲੋਕ ਹੋਛੇ, ਘਟੀਆ ਤੇ ਅਤਿਆਚਾਰੀ ਹੋਣ ਕਰਕੇ ਸਣੇ ਅਮੀਰਾਂ ਵਜ਼ੀਰਾਂ ਦੇ ਜਨਤਾ ਲਈ ਬੜੇ ਦੁਖਦਾਈ ਸਾਬਤ ਹੋਏ। ਤਾਂ ਬ੍ਰਾਹਮਣਾਂ ਨੇ ਇੱਕ ਅਪ੍ਰਸਿੱਧ ਥਾਂ ਅਸਥਾਨ ਰਾਜਪੁਤਾਨੇ ਅਰਬਦ ਪਹਾੜ, ਆਸ਼ੂ ਵੀ ਲਿਖਦੇ ਆ ਉਹਨੂੰ, ਅਰਬਦ ਪਹਾੜ ਦੇ ਉੱਤੇ ਹਵਨ ਕਰਨਾ ਆਰੰਭ ਕੀਤਾ। ਹਵਨ ਦੇ ਅੰਤ ਸਮੇਂ ਅਗਨੀ ਕੁੰਡ ਵਿੱਚ ਵਸ਼ਿਸ਼ਟ ਬੰਸੀ ਬ੍ਰਾਹਮਣਾਂ ਦੀ ਆਹੂਤੀ ਦੇਣ ਤੋਂ ਮਹਾਬਲਵਾਨ ਯੋਧਾ ਮਾਰ ਮਾਰ ਕਰਦਾ ਪ੍ਰਗਟ ਹੋ ਗਿਆ।
ਇਸ ਕਰਕੇ ਇਸ ਦਾ ਨਾਮ ਪਰਮਾਰ ਪ੍ਰਸਿੱਧ ਹੋ ਗਿਆ। ਅੰਗਰਾ ਰਿਖੀ ਨੇ ਜਦੋਂ ਆਹੂਤੀ ਦਿੱਤੀ, ਆਹੂਤੀ ਦੇਣ ਤੋਂ ਪ੍ਰਖਾਰ ਪ੍ਰਗਟ ਹੋਇਆ, ਜੋ ਉਸ ਸਮੇਂ ਲੰਗੜਾ ਕੇ ਡਿੱਗ ਪਿਆ, ਇਸ ਲਈ ਉਸ ਦਾ ਨਾਮ ਪ੍ਰਖਾਰ ਕਲ ਪੈ ਗਿਆ। ਭਾਰਤਵਾਸ ਦੀ ਆਹੂਤੀ ਦੇਣ ਤੋਂ ਸੋਹਣੇ ਲੱਕ ਵਾਲਾ ਜਵਾਨ ਅਗਨੀ ਕੁੰਡ ਚੋਂ ਨਿਕਲਿਆ, ਉਹਦਾ ਨਾਮ ਸੁਲੰਕੀ ਰੱਖਿਆ ਗਿਆ। ਸਭ ਤੋਂ ਪਿੱਛੋਂ ਵਿਸ਼ਵਾਮਿੱਤਰ ਨੇ ਆਹੂਤੀ ਦਿੱਤੀ, ਉਹਦੀ ਆਹੂਤੀ ਤੋਂ ਚੌੜੀ ਛਾਤੀ ਵਾਲਾ ਮਹਾਪਰਵਲ ਯੋਧਾ ਜੋ ਪ੍ਰਗਟ ਹੋਇਆ, ਉਹਦਾ ਨਾਮ ਚੌਹਾਨ ਰੱਖਿਆ ਗਿਆ। ਇਹਨਾਂ ਚੌਹਾਂ ਆਗੂਆਂ ਨੂੰ ਪਿਛਲੀਆਂ ਯੋਧਾ ਕੌਮਾਂ ਦੇ ਜਥੇਦਾਰ ਬਣਾ ਕੇ ਭਿੰਨ ਭਿੰਨ ਵੰਸ਼ਾਂ ਦੇ ਜ਼ੋਰਾਵਰ ਅਤੇ ਮਾਰ ਖੋਰੇ ਜਵਾਨਾਂ ਦੀ ਸੈਨਾ ਨੂੰ ਸ਼ਸਤਰ ਵਿਦਿਆ ਸਿਖਾ ਕੇ ਘਟੀਆ ਰਾਜਪੂਤਾਂ ਦੇ ਮੁਕਾਬਲੇ ਮਹਾ ਉਦਾਰ ਅਤੇ ਸਰਲਥ ਨਾਮਧਾਰੀ ਨਵੀਨ ਵੰਸ਼ ਤਿਆਰ ਕੀਤੀ ਗਈ। ਪਰਮਾਰਾਂ ਦੀ ਮੁੱਖ ਰਾਜਧਾਨੀ ਉਸ ਸਮੇਂ ਅਚਲਗੜ੍ਹ ਸੀ, ਜੋ ਜੈਪੁਰ ਕੋਲ ਹੈ। ਪ੍ਰਖਾਰਾਂ ਦੀ ਰਾਜਧਾਨੀ ਮਹੇਸ਼ਮਤੀ ਅਤੇ ਸੋਲੰਕੀਆਂ ਦੀ ਬੱਲਵੀਪੁਰ ਸੀ। ਪਰਮਾਰ ਵੰਸ਼ ਵਿੱਚ ਧਾਰਾ ਨਗਰੀ ਦੇ ਰਾਜੇ ਮਹਾਰਾਜ ਭੋਜ ਦਾ ਜਨਮ ਹੋਇਆ। ਆਪ ਜੀ ਧਿਆਨ ਦਿਓ, ਜਿਸ ਦੇ ਪੋਤਰੇ ਮਹਾਰਾਜ ਉਦਯਾਦਿਤ ਦੇ ਪੁੱਤਰ ਜਗਦੇਵ ਪਰਮਾਰ ਬੜੇ ਪ੍ਰਸਿੱਧ ਪੁਰਸ਼ ਤੇ ਮਹਾਦਾਨੀ ਹੋਏ, ਜਿਨ੍ਹਾਂ ਦਾ ਜਨਮ 1039 ਦੇ ਵਿੱਚ ਹੋਇਆ। ਜਿਵੇਂ ਹੁਣ 2020 ਚੱਲਦਾ ਹੈ, 1039 ਦੇ ਵਿੱਚ ਹੋਇਆ, ਜੋ ਜਨਮ ਤੋਂ ਹੀ ਸਿੱਧ ਪੁਰਸ਼, ਸ਼ਸਤਰਧਾਰੀ, ਅਤੁਲ ਯੋਧੇ, ਅਦੁੱਤੀ ਦਾਨੀ ਅਤੇ ਪਰਉਪਕਾਰੀ ਹੁੰਦੇ ਹੋਏ ਧਾਰਾ ਨਗਰੀ ਤੋਂ ਲਾਂਭੇ ਸਦਾ ਨਿਜਾਨੰਦ ਵਿੱਚ ਲੀਨ ਹੋਏ, ਇਕਾਂਤ ਵਿੱਚ ਰਿਹਾ ਕਰਦੇ ਸਨ। ਆਪਣੀ ਇੱਛਾ ਅਨੁਸਾਰ ਮਹਾਰਾਜ ਦੇ ਦਰਬਾਰ ਵਿੱਚ ਆਉਂਦੇ ਅਤੇ ਸਵਾ ਮਣ ਪੱਕੇ ਦੀ ਸਾਂਗ ਭਾਵ ਬਰਸ਼ੀ ਗੱਡ ਦਿੰਦੇ ਸਨ ਅਤੇ ਮਨ ਇੱਛਤ ਸਮੇਂ ਤੱਕ ਦਰਬਾਰ ਦੇ ਵਿੱਚ ਬੈਠਦੇ, ਪਿਤਾ ਨੂੰ ਸਤਿਕਾਰ ਸਹਿਤ ਨਮਸਕਾਰ ਕਰਨੀ, ਉਹਨਾਂ ਤੋਂ ਆਸ਼ੀਰਵਾਦ ਲੈਣੀ, ਫਿਰ ਰਾਜਾ ਪਰਜਾ ਦੇ ਮਨ ਨੂੰ ਮੋਹਦੇ ਹੋਏ ਚਲੇ ਜਾਣਾ। ਇਉਂ ਹਮੇਸ਼ਾ ਹੀ ਸਾਧੂ ਬਿਰਤੀ ਵਿੱਚ ਵਿਚਰਦੇ ਸਨ। ਇਸ ਅਦੁੱਤੀ ਸੂਰਮੇ, ਮਹਾਦਾਨੀ, ਪੂਰਨ ਤਿਆਗੀ ਤੇ ਵਿਸ਼ਾਲ ਕਰਾਮਾਤੀ ਮਹਾਪੁਰਸ਼ ਦੇ ਜੀਵਨ ਦੇ ਵਿੱਚ ਇੱਕ ਪ੍ਰਸਿੱਧ ਰਵਾਇਤ ਚੱਲੀ ਆਉਂਦੀ ਹੈ, ਜੋ ਇਸ ਪ੍ਰਕਾਰ ਹੈ। ਜਦੋਂ ਗੈਰਾਂ ਤੋਂ ਹਿੰਦੁਸਤਾਨ ਨੂੰ ਆਜ਼ਾਦ ਕਰਵਾ ਕੇ ਮਾਲਵੇ ਦੇਸ਼ ਤੇ ਆਪਣਾ ਪੂਰਾ ਸਿੱਕਾ ਜਮਾ ਲਿਆ, ਤਾਂ ਜੈ ਸਿੰਘ ਪਿੰਗਲ ਨੇ, ਜੋ ਜਗਦੇਵ ਦੇ ਅਧੀਨ ਸੀ, ਪੈਲ ਕਸਬੇ ਕਿਲਾ ਬਣਾ ਕੇ ਆਪਣੀ ਰਾਜਧਾਨੀ ਕਾਇਮ ਕਰ ਲਈ। ਉਸ ਸਮੇਂ ਕਦੀ ਕਦੀ ਮਾਲਵੇ ਵਿੱਚ ਵਿਚਰਦਿਆਂ ਜਗਦੇਵ ਪੰਬਾਰ ਵੀ ਇਸ ਦੇ ਪਾਸ ਆ ਜਾਇਆ ਕਰਦੇ। ਕਦੇ ਕਦੇ ਆਪਣੇ ਮਿੱਤਰ ਗੌਂਸ ਪੀਰ ਪਾਸ ਜਰਗ ਵੀ ਚਲੇ ਜਾਇਆ ਕਰਦੇ। ਮੁਸਲਮਾਨੀ ਮੱਤਾਂ ਦੇ ਸਾਧੂ ਆਮ ਕਰਕੇ ਬੇਸ਼ਵਾ ਦਾ ਨਾਚ, ਜਲਸਾ ਤੇ ਮੁਜਰਾ ਦੇਖਣ ਦਾ ਸ਼ੌਂਕ ਰੱਖਿਆ ਕਰਦੇ ਸਨ। ਉਹਨਾਂ ਦੇ ਗਾਏ ਹੋਏ ਇਸ਼ਕ ਮਜਾਜੀ ਦੇ ਖਿਆਲ ਜਾਂ ਟੱਪੇ ਇਸ਼ਕ ਹਕੀਕੀ ਦੇ ਵਿੱਚ ਘਟਾ ਕੇ ਮਾਰਫਤ ਦਾ ਆਨੰਦ ਮਾਣਿਆ ਕਰਦੇ। ਜਿਵੇਂ ਸਾਈਂ ਬੁੱਲੇ ਸ਼ਾਹ ਦੀਆਂ ਕਾਫੀਆਂ ਚੋਂ ਮਾਰਫਤ ਅਵਸਥਾ ਡੁੱਲ ਡੁੱਲ ਪੈਂਦੀ ਹੈ। ਇਹ ਵੀ ਪਹਿਲਾਂ ਆਪਣੇ ਮੁਰਸ਼ਦ ਦੀ ਪ੍ਰਸੰਨਤਾ ਵਾਸਤੇ ਜਨਾਨੇ ਵਸਤਰ ਪਾ ਕੇ ਬੇਸ਼ਵਾ ਦੇ ਨਾਲ ਇਨਾਇਤ ਸ਼ਾਹ ਦੀ ਹਜ਼ੂਰੀ ਵਿੱਚ ਪੁੱਜੇ ਸਨ। ਇਸੇ ਤਰ੍ਹਾਂ ਪੀਰ ਗੌਂਸ ਦੇ ਪਾਸ ਵੀ ਇੱਕ ਨਾਚੀ ਨ੍ਰਿਤਕਾਰੀ ਆ ਕੇ ਨਾਚ ਕਰਿਆ ਕਰਦੀ ਹੁੰਦੀ ਤੇ ਮਾਰਫਤ ਦੇ ਸ਼ੇਰ ਸੁਣਾਉਂਦੀ ਹੁੰਦੀ ਭਗਤੀ ਦੇ। ਭਾਵੇਂ ਇਹ ਨਾਚੀ ਪਹਿਲਾਂ
ਸ਼ਾਹੀ ਦਰਬਾਰਾਂ ਵਿੱਚ ਨਾਚ ਕਰਦੀ ਤੇ ਇਸ਼ਕ ਮਜਾਜੀ ਦੇ ਗੀਤ ਗਾਇਆ ਕਰਦੀ ਸੀ। ਪਰ ਜਦੋਂ ਪੀਰ ਗੌਸ ਨੇ ਬਖਸ਼ਿਸ਼ ਕਰ ਦਿੱਤੀ ਤਾਂ ਇਹਦੀ ਦ੍ਰਿਸ਼ਟੀ ਬਦਲ ਗਈ। ਵਿਦਵਾਨ ਲਿਖਦੇ ਹਨ, ਜੋ ਬਾਤ ਦਵਾ ਨਾ ਕਰ ਸਕੇ ਸੋ बात दुआ से होती है, जब मुर्शिद कामिल मिलता है तो बात खुदा से होती है। पूर्ण महापुरुष ने मेहर करके दमड़ी चमड़ी तो निगाह उठा के मारफत दे रंग विच रंग दिती। नजर नजर विच फर्क है, नजर ऊंची उठी तो दुआ बन गई, नजर नीची हुई तो हया बन गई, नजर तिरछी हुई तो अदा बन गई, नजर फिर गई तो कजा बन गई। मारपत अवस्था ਨੂੰ ਪ੍ਰਾਪਤ ਕਰਕੇ ਸਦਾ ਹੀ ਆਪਣੀ ਮੌਜ ਦੇ ਵਿੱਚ ਵਿਚਰਦੀ ਰਹਿੰਦੀ। ਆਪਣੇ ਮੁਰਸ਼ਿਦ ਦੀ ਹਾਜ਼ਰੀ ਭਰਨ ਤੋਂ ਇਲਾਵਾ ਕਦੇ ਕਦੇ ਆਪਣੀ ਮਰਜ਼ੀ ਨਾਲ ਕਿਸੇ ਸ਼ਾਹੀ ਦਰਬਾਰ ਵਿੱਚ ਨਾਚ ਜਾਂ ਗਾਣਾ ਹੁੰਦਾ, ਵੇਖ ਕੇ ਆਪਣੇ ਪਿਛਲੇ ਖਿਆਲਾਂ ਅਨੁਸਾਰ ਆਪ ਵੀ ਜਾ ਕੇ ਨੱਚਣ ਲੱਗ ਜਾਇਆ ਕਰਦੀ ਅਤੇ ਮਾਰਫਤ ਦੀਆਂ ਕਾਫੀਆਂ ਗਾਇਨ ਕਰਦੀ, ਜਿਸ ਕਰਕੇ ਉਸ ਦਾ ਮਾਰਫਤ ਮੰਜ਼ਿਲ ਦਾ ਗਾਣਾ ਸੁਣਨ ਵਾਲੇ ਚੰਗੇ ਚੰਗੇ ਤਿਆਗੀ ਫਕੀਰ ਵੀ ਪੁੱਜ ਜਾਇਆ ਕਰਦੇ। ਇੱਕ ਸਮੇਂ ਜੈ ਸਿੰਘ ਪਿੰਗਲ ਨੇ ਆਪਣੇ ਸ਼ਾਹੀ ਦਰਬਾਰ ਦੇ ਵਿੱਚ, ਜਿਸ ਦੀ ਪਹਿਲ ਰਾਜਧਾਨੀ ਸੀ, ਇਸ ਦਾ ਪਹਿਲਾ ਨਾਮ ਪਿੰਗਲਗੜ੍ਹ ਸੀ, ਪਹਿਲਾ ਨਾਮ ਪਿੰਗਲਗੜ੍ਹ, ਫਿਰ ਪੈਲਗੜ੍ਹ, ਤੇ ਹੁਣ ਆਪਣਾ ਤਾਂ ਇਲਾਕਾ ਹੀ ਹੈ, ਰਾੜਾ ਸਾਹਿਬ ਤੋਂ 10 ਕਿਲੋਮੀਟਰ ਹੈ। ਹੁਣ ਇਹਨੂੰ ਆਪਾਂ ਪੈਲ ਕਹਿ ਕੇ ਬੁਲਾਉਂਦੇ ਹਾਂ, ਲਿਖਣ 'ਚ ਪਾਇਲ ਆਉਂਦਾ ਹੈ, ਪੈਲ। ਹੁਣ ਇਸ ਦਾ ਨਾਮ ਮਸ਼ਹੂਰ ਹੋ ਗਿਆ। ਨਾਚਿਆਂ ਤੋਂ ਨਾਚ ਕਰਵਾਇਆ। ਜੈ ਸਿੰਘ ਪਿੰਗਲ ਦੀ ਅਸੀਂ ਵਾਰਤਾਲਾਪ ਤੁਹਾਡੇ ਨਾਲ ਕਰ ਰਹੇ ਹਾਂ, ਜਿਸ ਵਿੱਚ ਰਾਜ ਦਰਬਾਰੀਆਂ ਤੋਂ ਇਲਾਵਾ ਮਹਾਰਾਜਾ ਜਗਦੇਵ ਜੀ ਨੂੰ ਵੀ ਬੁਲਾਵਾ ਭੇਜਿਆ। ਉੱਚੀ ਜਗ੍ਹਾ ਤੇ ਬਿਠਾ ਕੇ ਸਵਾਗਤ ਕੀਤਾ। ਜਦੋਂ ਨਿਰਤਕਾਰੀ ਸ਼ੁਰੂ ਹੋ ਗਈ, ਉਸ ਸਮੇਂ ਗੌਸ ਪੀਰ ਦੇ ਚਰਨਾਂ ਦੀ ਸਾਧਕ, ਮਾਰਫਤ ਦੀ ਜਾਣੂ, ਇਹ ਨਿਰਤੀ, ਨਿਰਤਕਾਰੀ, ਇਹ ਨੱਚਣ ਵਾਲੀ ਗੌਸ, ਕੁਤਬ ਵਲੀ, ਅਬਦਾਲ ਤੇ ਕਲੰਦਰ, ਇਹ ਮੁਸਲਮਾਨ ਫਕੀਰਾਂ ਦੇ 5 ਦਰਜੇ ਨੇ। ਗੌਸ, ਕੁਤਬ, ਵਲੀ, ਅਬਦਾਲ ਤੇ ਕਲੰਦਰ, ਇਹ ਮੁਸਲਮਾਨ ਜਿਹੜੇ ਬੰਦਗੀ ਵਾਲੇ ਉੱਚੇ ਸੁੱਚੇ ਦਰਜੇ ਦੇ ਮਾਲਕ ਨੇ, ਇਹ ਉਹਨਾਂ ਦੇ ਦਰਜੇ ਨੇ, ਉਹਨਾਂ ਦੇ ਨਾਮ ਨੇ, ਉੱਚੀ ਅਵਸਥਾ ਦੇ ਨਾਮ ਨੇ। ਨਾਚੀ ਵੀ ਆਪਣੀ ਮੌਜ ਦੇ ਵਿੱਚ ਵਿਚਰਦੀ ਪੰਡਾਲ ਵਿੱਚ ਆ ਪੁੱਜੀ ਅਤੇ ਪੂਰਨ ਮਸਤੀ ਵਿੱਚ ਆ ਕੇ ਪੰਡਾਲ ਦਾ ਚੱਕਰ ਕੱਟਣ ਲੱਗੀ। ਹੌਲੀ ਹੌਲੀ ਨਾਚ ਅਖਾੜੇ ਵਿੱਚ ਆ ਕੇ ਸਾਜੀਆਂ ਦੇ ਨਾਲ ਹੀ ਪੈਰਾਂ ਦਾ ਤਾਲ ਮਿਲਾ ਕੇ ਨਾਚ ਕਰਦੀ ਤੇ ਮਾਰਫਤ ਦੇ ਸ਼ੇਅਰ ਗਾਉਂਦੀ ਹੈ। ਰਾਜ ਦਰਬਾਰੀਆਂ ਦੇ ਅੱਗੋਂ ਦੀ ਲੰਘ ਜਾਂਦੀ ਹੈ। ਜਦੋਂ ਮਹਾਰਾਜ ਜਗਦੇਵ ਦੇ ਪਾਸ ਆਈ ਤਾਂ ਉਸ ਨੂੰ ਪੂਰਨ ਅਵਸਥਾ ਦਾ ਜਾਣੂ, ਮਹਾਦਾਨੀ, ਜਵਾਂ ਮਰਦ ਤੇ ਆਪਣੇ ਮੁਰਸ਼ਿਦ ਦਾ ਮਿੱਤਰ ਜਾਣ ਕੇ ਸ਼ਰਮਾ ਗਈ। ਸ਼ਰਮ ਦੇ ਨਾਲ ਪਾਣੀਓ ਪਾਣੀ ਹੋ ਗਈ। ਬਦੋ ਬਦੀ ਇਹਦੀ ਧੌਣ ਝੁਕ ਗਈ ਅਤੇ ਸਿਰ ਦਾ ਵਸਤਰ ਵੀ ਨੀਵਾਂ ਕਰ ਲਿਆ, ਕਿਉਂਕਿ ਉਹ ਜਗਦੇਵ ਪੰਵਾਰ ਦੀ ਬਹਾਦਰੀ ਅਤੇ ਸਖਾਵਤ ਬਾਰੇ ਬਹੁਤ ਕੁਝ ਸੁਣ ਚੁੱਕੀ ਸੀ। ਇਸੇ ਤਰ੍ਹਾਂ 3-4 ਚੱਕਰ ਕੱਟੇ, ਪਰ ਜਦੋਂ ਜਗਦੇਵ ਜੀਆਂ ਦੇ ਪਾਸ ਆ ਕੇ ਸਿਰ ਨੀਵਾਂ ਕਰਕੇ ਘੁੰਡ ਕੱਢ ਲੈਂਦੀ, ਕਾਫੀ ਸਮੇਂ ਰੰਗ ਬੱਝਾ ਰਿਹਾ। ਇਸ ਨੇ ਵੀ ਰਾਜ ਦਰਬਾਰ ਵਿੱਚ ਆਪਣੇ ਫਨ ਦਾ ਕਮਾਲ ਦਿਖਾਇਆ। ਸਾਰੇ ਵੇਖਣ ਵਾਲੇ ਤਾਂ ਅਸ਼ ਅਸ਼ ਕਰ ਉੱਠੇ, ਪਰ ਜੈ ਸਿੰਘ ਰਾਜੇ ਨੂੰ ਇਹ ਗੱਲ ਬੜੀ ਬੁਰੀ ਲੱਗੀ। ਉਸਨੇ ਨਾਚ ਬੰਦ ਕਰਨ ਦਾ ਹੁਕਮ ਦੇ ਦਿੱਤਾ।
ਨਾਚ ਬੰਦ ਹੁੰਦੇ ਸਾਰ ਹੀ ਰਾਜੇ ਨੇ ਸਵਾਲ ਕੀਤਾ, ਕੀ ਕਾਰਨ ਹੈ ਕਿ ਤੂੰ ਨੱਚਦੇ ਨੱਚਦੇ ਜਦ ਤੇਰਾ ਰੁੱਖ ਮੇਰੇ ਸੱਜੇ ਪਾਸੇ ਹੁੰਦਾ ਹੈ ਤਾਂ ਤੇਰਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਅਤੇ ਤੂੰ ਘੁੰਡ ਕੱਢ ਕੇ ਫੇਰ ਗੇੜਾ ਦਿੰਨੀ ਹੈ, ਘੁੰਡ ਕਿਉਂ ਕੱਢਦੀ ਹੈ? ਉਸਨੇ ਬੇਪਰਵਾਹੀ ਵਿੱਚ ਉੱਤਰ ਦਿੱਤਾ, ਮਹਾਰਾਜ ਇਸ ਲਈ ਕਿ ਉਸ ਪਾਸੇ ਇੱਕ ਪੂਰਨ ਯੋਧਾ ਮਹਾਦਾਨੀ ਜਵਾਨ ਮਰਦ ਬੈਠਾ ਹੈ। ਬੇਸ਼ੱਕ ਰਾਜਾ ਜੈ ਸਿੰਘ ਪਿੰਗਲ ਜਗਦੇਵ ਜੀ ਦੀ ਬਹਾਦਰੀ ਤੋਂ ਜਾਣੂ ਸੀ ਅਤੇ ਉਹਦਾ ਭੈ ਤੇ ਪੂਰਨ ਸ਼ਿੱਕਾ ਵੀ ਮੰਨਦਾ ਸੀ, ਪਰ ਫਿਰ ਵੀ ਆਪਣੇ ਰਾਜ ਦਰਬਾਰ ਵਿੱਚ ਵਜ਼ੀਰਾਂ ਤੇ ਅਹਿਲਕਾਰਾਂ ਦੇ ਸਾਹਮਣੇ ਆਪਣੀ ਤੌਹੀਨ ਸਮਝ ਕੇ ਇਸ ਬੇਇੱਜ਼ਤੀ ਨੂੰ ਨਾ ਸਹਾਰ ਸਕਿਆ, ਬਰਦਾਸ਼ਤ ਨਾ ਕਰ ਸਕਿਆ। ਕਹਿਣ ਲੱਗਿਆ, ਫਿਰ ਹੋਰ ਸਾਰੇ ਨਮਰਦੀ ਬੈਠੇ ਐ, ਹੋਰ ਵੀ ਰਾਜ ਦਰਬਾਰੀਆਂ ਨੇ ਇਸ ਦੀ ਹਾਂ ਵਿੱਚ ਹਾਂ ਮਿਲਾ ਦਿੱਤੀ। ਰਾਜੇ ਦੇ ਮੂੰਹ ਅਚਾਨਕ ਇਹ ਬਚਨ ਸੁਣ ਕੇ ਨਾਚੀ ਨੇ ਕਿਹਾ, ਨਹੀਂ ਮਹਾਰਾਜ, ਮੇਰਾ ਇਹ ਮਤਲਬ ਨਹੀਂ ਹੈ। ਮੇਰਾ ਤਾਂ ਅਰਜ਼ ਕਰਨ ਦਾ ਸਿਰਫ ਇਹੋ ਭਾਵ ਹੈ ਕਿ ਪ੍ਰਮਾਤਮਾ ਕਿਸੇ ਕਿਸੇ ਨੂੰ ਪ੍ਰਸੰਨ ਹੋ ਕੇ ਖਾਸ ਗੁਣ ਤੇ ਖੂਬੀਆਂ ਪ੍ਰਦਾਨ ਕਰਦਾ ਹੈ, ਪਰ ਹਰ ਇੱਕ ਨੂੰ ਇਹ ਦਾਤਾਂ ਨਹੀਂ ਮਿਲਿਆ ਕਰਦੀਆਂ। ਉਸ ਪਾਸੇ ਬੜੀਆਂ ਖੂਬੀਆਂ, ਚੰਗੇ ਗੁਣਾਂ ਦਾ ਮਾਲਕ, ਮਹਾਦਾਨੀ, ਪਰਉਪਕਾਰੀ, ਸੂਰਮਾ ਸਖੀ ਬੈਠਾ ਹੈ। ਭਾਵੇਂ ਰਾਜਾ ਜੈ ਸਿੰਘ ਸਾਰੀ ਗੱਲ ਨੂੰ ਸਮਝਦਾ ਸੀ, ਪਰ ਫਿਰ ਵੀ ਆਪਣੀ ਬੇਇੱਜ਼ਤੀ ਮਹਿਸੂਸ ਕਰਦਿਆਂ ਕੜਕ ਕੇ ਬੋਲਿਆ, ਕੌਣ ਹੈ ਉਹ? ਜਗਦੇਵ ਪੰਬਾਰ। ਉਸ ਭਟਣੀ ਨੇ ਬੇਪਰਵਾਹੀ ਦੇ ਨਾਲ ਉੱਤਰ ਦੇ ਦਿੱਤਾ। ਜਗਦੇਵ ਪੰਬਾਰ ਦਾ ਨਾਮ ਸੁਣ ਕੇ ਰਾਜੇ ਦਾ ਗੁੱਸਾ ਉੱਪਰੋਂ ਤਾਂ ਨਰਮ ਹੋ ਗਿਆ, ਪਰ ਅੰਦਰੋਂ ਉਸ ਨਾਲ ਈਰਖਾ ਕਰਦਾ ਸੀ ਅਤੇ ਨਾਲ ਹੀ ਉਸ ਤੋਂ ਭੈ ਵੀ ਰੱਖਦਾ ਸੀ। ਆਪਣੇ ਰਾਜ ਦਰਬਾਰ ਵਿੱਚ ਕਰਮਚਾਰੀਆਂ ਦੇ ਸਾਹਮਣੇ ਇੱਕ ਕੰਗਲੀ ਤੋਂ ਕਿਸੇ ਦੂਸਰੇ ਮਨੁੱਖ ਦਾ ਜਸ ਸੁਣ ਕੇ ਇਹ ਗੱਲ ਆਪਣੀ ਸ਼ਾਨ ਦੇ ਉਲਟ ਸਮਝੀ। ਧਿਆਨ ਦਿਓ ਇੱਧਰ ਜਰਾ। ਆਪਣੇ ਆਦਮੀਆਂ ਤੇ ਰੋਹਬ ਪਾਉਣ ਵਾਸਤੇ ਰਾਜਾ ਜੈ ਸਿੰਘ ਬੋਲਿਆ, ਇਹ ਤਾਂ ਠੀਕ ਹੈ ਕਿ ਜਗਦੇਵ ਦੀ ਬਹਾਦਰੀ ਕਾਬਲੇ ਤਾਰੀਫ ਹੈ, ਇਸ ਦਾ ਸਾਨੀ ਸਾਰੇ ਦੇਸ਼ ਵਿੱਚ ਕੋਈ ਨਹੀਂ ਹੈਗਾ, ਪਰ ਇੱਥੇ ਤਾਂ ਸਖਾਵਤ ਦਾ ਤੁਅੱਲਕ ਹੈ। ਤੂੰ ਕਿਹਾ ਹੈ ਕਿ ਬੜਾ ਵੱਡਾ ਦਾਨੀ ਹੈ। ਇਸ ਬਾਬਤ ਮੈਂ ਕਹਾਂਗਾ ਕਿ ਜੋ ਕੁਝ ਤੈਨੂੰ ਉਸ ਪਾਸੋਂ ਦਾਨ ਵਿੱਚ ਮਿਲੇ, ਮੈਂ ਉਸ ਤੋਂ 100 ਗੁਣਾ ਜ਼ਿਆਦਾ ਦੇ ਸਕਦਾ। ਲੈ ਉਹ ਤੋਂ ਕੀ ਮੰਗਦੀ ਹੈ ਤੂੰ? ਨਾਚੀ ਨੇ ਫਿੱਕੀ ਜਿਹੀ ਮੁਸਕਰਾਹਟ ਵਿੱਚ ਉੱਤਰ ਦਿੱਤਾ, ਜੇਕਰ ਤੁਸੀਂ ਮੈਨੂੰ ਉਤਨਾ ਹੀ ਦਾਨ ਦੇ ਦੇਵੋ ਜਿਤਨਾ ਕਿ ਮੈਨੂੰ ਜਗਦੇਵ ਪੰਬਾਰ ਵੱਲੋਂ ਮਿਲੇਗਾ, ਤਾਂ ਫਿਰ ਮੇਰੀਆਂ ਨਜ਼ਰਾਂ ਵਿੱਚ ਆਪ ਜੀ ਦੀ ਸ਼ਖਸੀਅਤ 10 ਗੁਣਾ ਉੱਚੀ ਤੇ ਵੱਧ ਹੋ ਜਾਵੇਗੀ। ਰਾਜੇ ਨੇ ਕਿਹਾ, ਮੈਨੂੰ ਮਨਜ਼ੂਰ ਹੈ। ਇਸ ਨਾਚੀ ਨੇ ਰਾਜੇ ਦੀਆਂ ਗੱਲਾਂ, ਅੱਖਾਂ ਦੇ ਵਿੱਚ ਖੂਨ ਉਤਰ ਆਇਆ ਅਤੇ ਇਸਨੇ ਆਪਣੇ ਮਨ ਵਿੱਚ ਕਿਹਾ ਕਿ ਇਹ ਰਾਜਾ ਕਿਤਨਾ ਅਹਿਸਾਨ ਫਰਾਮੋਸ਼ ਹੈ, ਅਕਿਰਤ ਕਣਕ ਹੈ। ਮੈਂ ਆਪਣੀ ਜਾਨ ਦੀ ਬਾਜੀ ਲਾ ਕੇ ਕਿਤਨੀ ਵਾਰ ਇਸ ਦੇ ਪ੍ਰਾਣ ਬਚਾਏ ਹਨ, ਹੁਣ ਇਹ ਹੋਛੀਆਂ ਗੱਲਾਂ ਤੇ ਉੱਤਰ ਆਇਆ ਹੈ। ਜਦੋਂ ਉਸ ਨਾਚੀ ਨੇ ਜਗਦੇਵ ਪੰਬਾਰ ਦੇ ਸਾਹਮਣੇ ਆ ਕੇ ਆਪਣੇ ਹੱਥ ਫੈਲਾਏ ਅਤੇ ਬੇਪਰਵਾਹੀ ਨਾਲ ਦਾਨ ਮੰਗਿਆ, ਤਦ ਜਗਦੇਵ ਪੰਬਾਰ ਨੇ ਪੁੱਛਿਆ, ਕੀ ਚਾਹੁੰਦੀ ਹੈ ਤੂੰ? ਉੱਤਰ ਦਿੱਤਾ, ਜੋ ਤੁਹਾਨੂੰ ਸਭ ਤੋਂ ਵੱਧ ਪਿਆਰੀ ਚੀਜ਼ ਹੈ
ਉਹਦਾ ਦਾਨ ਮੈਨੂੰ ਦੇਵੋ। ਜਗਦੇਵ ਨੇ ਕਿਹਾ, ਸੂਰਮੇ ਦਾ ਦਾਈਆ ਸਿਰ ਤੱਕ ਦਾ ਹੁੰਦਾ ਹੈ। ਉਸ ਸਮੇਂ ਆਪਣੀ ਤਲਵਾਰ ਨੂੰ ਮਿਆਨ ਵਿੱਚੋਂ ਕੱਢਿਆ, ਉਸ ਨਾਲ ਆਪਣਾ ਸਿਰ ਕੱਟ ਕੇ ਆਪਣੇ ਹੱਥਾਂ ਦੇ ਨਾਲ ਨਾਚੀ ਦੇ ਹੱਥ ਦੇ ਵਿੱਚ ਫੜਾ ਦਿੱਤਾ, ਪੇਸ਼ ਕਰ ਦਿੱਤਾ। ਇਹ ਕੌਤਕ ਦੇਖ ਕੇ ਦਰਬਾਰ ਵਿੱਚ ਸੰਨਾਟਾ ਛਾ ਗਿਆ। ਦੇਖਣ ਵਾਲੇ ਭੈ ਭੀਤ ਹੋ ਗਏ, ਕਈ ਤਾਂ ਦੌੜ ਗਏ, ਕਈ ਕੰਬਣ ਲੱਗੇ। ਨਾਚੀ ਨੇ ਜਿੱਤ ਦੀ ਖੁਸ਼ੀ ਵਿੱਚ ਉੱਚੀ ਧੁਨ ਦੇ ਨਾਲ ਜੈ ਜਗਦੇਵ ਪੰਬਾਰ ਦੀ, ਜੈ ਜਗਦੇਵ ਪੰਬਾਰ ਦੀ ਆਖਿਆ। ਕੱਟੇ ਹੋਏ ਸਿਰ ਨੂੰ ਰਾਜੇ ਦੇ ਸਾਹਮਣੇ ਪੇਸ਼ ਕਰਦੇ ਹੋਏ ਕਿਹਾ, ਕਿਉਂ ਮਹਾਰਾਜ, ਇਸ ਤੋਂ 100 ਗੁਣਾ ਜ਼ਿਆਦਾ ਦੇਣ ਦੀ ਗੱਲ ਕੀਤੀ ਹੈ ਤੁਸੀਂ, 100 ਗੁਣਾ ਜ਼ਿਆਦਾ ਦੇਣ ਦੀ ਗੱਲ ਕੀਤੀ ਹੈ। 100 ਗੁਣਾ ਜ਼ਿਆਦਾ ਦੇਣ ਦੀ ਤਾਂ ਗੱਲ ਛੱਡੋ, ਪਰ ਇੱਕ ਕੀ ਇਸ ਦੇ ਬਰਾਬਰ ਦੀ ਭੇਟਾ ਇੱਕ ਸੀਸ ਤੁਸੀਂ ਦੇ ਸਕਦੇ ਹੋ? ਰਾਜੇ ਜੈ ਸਿੰਘ ਦੇ ਚਿਹਰੇ ਦਾ ਰੰਗ ਉੱਡ ਗਿਆ। ਸ਼ਰਮਿੰਦਗੀ ਤੇ ਭੈ ਨਾਲ ਆਪਣਾ ਮੂੰਹ ਛੁਪਾ ਲਿਆ। ਹੋਰ ਵੀ ਕਿਸੇ ਦਰਬਾਰੀ ਦੀ ਅੱਖ ਉੱਚੀ ਨਾ ਉੱਠੀ। ਗਰਦਨ ਨੀਵੀਂ ਕਰਕੇ ਕੰਬਦੇ ਹੋਏ ਹਿਰਦੇ ਨਾਲ ਰਾਜਾ ਬੋਲਿਆ, ਹੇ ਨਿਰਤਕਾਰੀ ਕਰਨ ਵਾਲੀ ਦੇਵੀ, ਮੈਂ ਤੈਨੂੰ ਸਿਰ ਝੁਕਾਉਂਦਾ ਹਾਂ। ਮੈਂ ਬੜਾ ਸ਼ਰਮਿੰਦਾ ਹਾਂ। ਮੇਰੇ ਵਿੱਚ ਇਹੋ ਜਿਹਾ ਦਾਨ ਕਰਨ ਦੀ ਸੱਚਮੁੱਚ ਹੀ ਹਿੰਮਤ ਨਹੀਂ ਹੈਗੀ। ਇਹ ਜਗਦੇਵ ਪੰਬਾਰ ਦਾ ਹੀ ਹਿੱਸਾ ਹੈ। ਮੈਂ ਉਸ ਨੂੰ ਵੀ ਨਮਸਕਾਰ ਕਰਦਾ ਹਾਂ। ਮੈਨੂੰ ਮਾਫ ਕਰ ਦਿਓ, ਮੇਰੀ ਭੁੱਲ ਹੋਈ। ਨਾਚੀ ਫਤਿਹ ਦੇ ਅੰਦਾਜ਼ ਦੇ ਵਿੱਚ, ਜਿੱਤ ਦੇ ਲਹਿਜ਼ੇ ਵਿੱਚ ਨਾਚ ਕਰਦੀ ਉਸ ਦੇ ਕੱਟੇ ਸਿਰ ਨੂੰ ਹੱਥ ਵਿੱਚ ਫੜ ਕੇ ਧੜ ਦੇ ਕੋਲ ਪਹੁੰਚਦੀ ਹੈ। ਸਿਰ ਨੂੰ ਧੜ ਦੇ ਨਾਲ ਮਿਲਾ ਕੇ ਪ੍ਰਮਾਤਮਾ ਦੇ ਅੱਗੇ ਪ੍ਰਾਰਥਨਾ ਕਰਨ ਲੱਗੀ ਹੈ, ਹੇ ਸਰਵ ਸ਼ਕਤੀਮਾਨ ਈਸ਼ਵਰ, ਇਸ ਬਹਾਦਰ ਦਾ ਸਿਰ ਦੁਬਾਰਾ ਉਸੇ ਤਰ੍ਹਾਂ ਧੜ ਦੇ ਨਾਲ ਜੁੜ ਜਾਏ, ਲੱਗ ਜਾਏ। ਨਾਚੀ ਦੇ ਮੂੰਹ ਵਿੱਚੋਂ ਹਜੇ ਇਤਨੇ ਸ਼ਬਦ ਨਿਕਲੇ ਸਨ ਕਿ ਉਸੇ ਸਮੇਂ ਧੜ ਕੰਬਿਆ ਅਤੇ ਆਪਣੇ ਆਪ ਸਿਰ ਦੇ ਧੜ ਦੇ ਵਿੱਚੋਂ ਨਵਾਂ ਸੀਸ ਨਿਕਲ ਆਵੇ। ਇਹ ਨਾਚੀ ਪੀਰ ਗੌਂਸ ਦੀ, ਜੋ ਜਰਗ ਦੇ ਰਹਿਣ ਵਾਲਾ, ਜਗਦੇਵ ਦੀ ਆਤਮਿਕ ਅਵਸਥਾ ਦਾ ਕਾਇਲ ਸੀ। ਮੁਰੀਦਨੀ ਚੇਲੀ ਤੋਂ ਮਾਰਫਤ ਦੀ ਰੰਗਣ ਵਿੱਚ ਰੰਗੀ ਹੋਈ ਸੀ। ਉਹ ਆਪਣੀ ਪਹਿਲੀ ਆਦਤ ਅਨੁਸਾਰ ਕਈ ਵਾਰ ਰਾਜੇ ਮਹਾਰਾਜਿਆਂ ਦੇ ਅਖਾੜਿਆਂ ਵਿੱਚ ਜਾ ਕੇ ਆਪਣੀ ਮੌਜ ਵਿੱਚ ਨੱਚਣ ਲੱਗ ਜਾਇਆ ਕਰਦੀ ਸੀ। ਇਸ਼ਕ ਮਜਾਜੀ ਦੇ ਗਾਣਿਆਂ ਦੇ ਨਾਲ ਇਸ਼ਕ ਹਕੀਕੀ ਦਾ ਵੀ ਭੇਦ ਚੰਗੀ ਤਰ੍ਹਾਂ ਸਮਝਾ ਦਿੰਦੀ, ਰੰਗ ਬੰਨ੍ਹ ਦਿਆ ਕਰਦੀ, ਜਿਸ ਕਰਕੇ ਇਸ ਦਾ ਗਾਣੇ ਸੁਣਨ ਵਾਸਤੇ ਸਾਰੇ ਜਪੀ ਤਪੀ ਤਿਆਗੀ ਫਕੀਰ ਵੀ ਆ ਜਾਂਦੇ। ਇਸ ਨੂੰ ਆਤਮਿਕ ਅਵਸਥਾ ਸਾਖਸ਼ਾਤ ਦਾ ਦਰਜਾ ਪ੍ਰਾਪਤ ਹੋ ਚੁੱਕਿਆ ਸੀ। ਜਦੋਂ ਉਸਨੇ ਪੂਰੀ ਇਕਾਗਰਤਾ ਨਾਲ ਆਪਣੇ ਭਗਵਾਨ ਪਰਮੇਸ਼ਰ ਦੇ ਅੱਗੇ ਬੇਨਤੀ ਕੀਤੀ ਤਾਂ ਭਗਵਾਨ ਭਗਤ ਵਛਲ, ਬਿਰਧ ਦੀ ਲਾਜ ਪਾਲਣ ਵਾਲੇ ਈਸ਼ਵਰ ਨੇ ਕਿਰਪਾ ਕੀਤੀ ਅਤੇ ਉਸੇ ਸਮੇਂ ਜਗਦੇਵ ਪੰਵਾਰ ਦੇ ਧੜ ਚੋਂ ਨਵਾਂ ਸੀਸ ਨਿਕਲ ਆਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਫਰੀਦ ਦੀ ਅੱਖ ਵਾਂਗ ਪਹਿਲਾਂ ਨਾਲੋਂ ਕੁਝ ਛੋਟਾ, ਗਰਦਨ ਦੇ ਦੁਆਲੇ ਜਿਵੇਂ ਕੱਟਿਆ ਹੋਇਆ ਫੇਰ ਲੱਗਦਾ ਹੈ, ਗੋਲ ਨਿਸ਼ਾਨ ਸੀ। ਇਹ ਰਾਮ ਰਾਮ ਕਰਦਾ ਉੱਠ ਬੈਠਾ ਹੋਇਆ। ਸਾਰੇ ਰਾਜ ਦਰਬਾਰੀ ਬੜੇ ਹੈਰਾਨ ਪਰੇਸ਼ਾਨ ਹੋਏ। ਰਾਜਾ ਜੈ ਸਿੰਘ ਦੌੜ ਕੇ ਜਗਦੇਵ ਦੇ ਚਰਨੀ ਜਾ ਪਿਆ ਅਤੇ ਹੱਥ ਜੋੜ ਕੇ ਭੁੱਲ ਦੀ ਮੁਆਫੀ ਮੰਗਦਾ ਹੈ।
ਸਾਰੇ ਦੇਸ਼ ਵਿੱਚ ਜਗਦੇਵ ਦਾ ਜਸ ਜੈ ਜੈਕਾਰ ਹੋਈ। ਇਹ 1194 ਬਿਕਰਮੀ ਸੰਮਤ ਚੇਤਰ ਮਹੀਨੇ ਦਾ ਚਾਨਣਾ ਪੱਖ ਤੇ ਐਤਵਾਰ ਦਾ ਦਿਨ ਸੀ ਭਾਈ। ਧੰਨ ਹੈ ਇਹੋ ਜਿਹੇ ਸੂਰਮੇ ਦਾਨੀ ਤੇ ਭਗਤ, ਪੈਦਾ ਕਰਨ ਵਾਲੀ ਮਾਤਾ ਵੀ ਧੰਨ ਹੈ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਲਿਖਦੇ ਹਨ, ਕੈ ਪਦਵੀ ਹਰ ਭਗਤ ਹੈ, ਕੈ ਅਰ ਕੋਦਲ ਨਾਸ, ਕੈ ਸਿਰ ਲੋ ਦਾਨ ਹੈ, ਇਨ ਵਿਦ ਕ੍ਰਿਮ ਸਮਵਾਸ। ਹਰ ਨਾਮ ਭਜੈ ਜਗ ਭੀਤਰ ਜੋ, ਜਨਨੀ ਸੁਤ ਜਾਂ ਵਿਦ ਕੋ ਉਪਜਾਏ। ਅਥਵਾ ਜਨਨੀ ਸੁਤ ਸੋਏ ਜਨੇ, ਰਣ ਭੀਤਰ ਜੋ ਅਰ ਕੇ ਦਲ ਕਾਏ। ਸਿਰ ਲੋ ਤਨ ਦਾਨ ਕਰੈ ਜਗ ਮੈਂ, शुभ कह जननी सुत जो निपजाए। इन तीन बिना कृम के सूत के हित, जोबन नाहे आकाज गवाए। ਭਾਵਰਤ ਸਿਮਰਤ ਦੇ ਵਿੱਚ ਲਿਖਿਆ ਜਾਂਦਾ ਹੈ, ਜੱਗ ਵਿੱਚ ਜਿਉਂਦੇ ਤਿੰਨ ਇਨਸਾਨ, ਤਿੰਨ ਕੀ ਮਹਿਮਾ ਬੜੀ ਮਹਾਨ। ਪਹਿਲਾ ਜੀਵਤ ਹਰ ਕਾ ਦਾਸ, ਦੂਜਾ ਦਾਤਾ ਹੈ ਗੁਣਤਾਸ। ਤੀਸਰੇ ਜੀਵਤ ਧਰਮੀ ਜੋਧੇ, ਜ਼ਾਲਮ ਦੁਸ਼ਟ ਜਿਨ੍ਹਾਂ ਨੇ ਸੋਧੇ। ਸੰਤਾਂ ਲਈ ਨਹੀਂ ਕੋਈ ਪਰਾਇਆ, ਭਲਾ ਬੁਰਾ ਨਹੀਂ ਮਨੈ ਵਸਾਇਆ। ਦੱਸਿਆ ਜਾਂਦਾ ਹੈ ਕਿ ਜੋ ਲੋਕ ਜਗਦੇਵ ਦੇ ਖਾਨਦਾਨ ਵਿੱਚੋਂ ਮਹਾਦਾਨੀ ਪੂਰਨ ਯੋਧੇ ਸਤਪੁਰਸ਼ ਤੇ ਉਸੇ ਸਮਾਨ ਸ਼ਕਤੀਸ਼ਾਲੀ ਹਨ, ਉਹਨਾਂ ਦੀ ਅੱਜ ਤੱਕ ਗਰਦਨ ਛੋਟੀ, ਗਰਦਨ ਦੇ ਇਰਦ ਗਿਰਦ ਗੋਲ ਨਿਸ਼ਾਨ ਹੈ। ਜੋ ਸੰਤ ਜੀ ਮਹਾਰਾਜ ਰਾੜਾ ਸਾਹਿਬ ਵਾਲਿਆਂ ਦੇ ਪਾਵਨ ਗਲ ਦੇ ਇਰਦ ਗਿਰਦ ਇਹ ਚਿੰਨ੍ਹ ਪ੍ਰਤੱਖ ਦੇਖਣ ਵਿੱਚ ਆਉਂਦਾ ਸੀ, ਜੋ ਕਿ ਉਸੇ ਖਾਨਦਾਨ ਦੇ ਚਮਕਦੇ ਸਿਤਾਰੇ ਹਨ। ਉਸ ਮਹਾਨ ਯੋਧੇ, ਸ਼ੂਰਵੀਰ ਦਾਨੀ, ਪੂਰਨ ਸਿੱਧ ਤੇ ਈਸ਼ਵਰੀ ਭਗਤੀ ਦੇ ਸਤਿਕਾਰਯੋਗ ਪਵਿੱਤਰ ਖਾਨਦਾਨ ਚੋਂ ਸੰਤ ਮਹਾਰਾਜੀਆਂ ਦਾ ਪਾਵਨ ਸਰੀਰ ਪ੍ਰਗਟ ਹੋਇਆ। ਸੋ ਇੱਥੇ ਇੱਕ ਪਹਿਲਾ ਕਾਂਡ ਸੰਪੂਰਨ ਹੁੰਦਾ ਹੈ। ਕੱਲ ਨੂੰ ਆਪਾਂ ਭਾਈ 7 ਨੰਬਰ ਸਫੇ ਤੱਕ ਇਹ ਕਥਾ ਹੋ ਗਈ ਹੈ। ਕੱਲ ਨੂੰ 7ਵੇਂ ਤੋਂ ਆਪਾਂ ਪ੍ਰਾਰੰਭ ਕਰਾਂਗੇ। ਕਾਂਡ ਦੂਜਾ ਹੋਵੇਗਾ, ਸਫਾ 7ਵਾਂ ਹੋਵੇਗਾ। ਇੱਥੋਂ ਤੱਕ ਵਿਚਾਰਦੇ ਹਾਂ, ਮਹਾਂਪੁਰਸ਼ਾਂ ਦੇ ਜੀਵਨ ਦੀ ਵਿਚਾਰ ਕਰਦੇ ਹਾਂ, ਗੁਰਬਾਣੀ ਦੇ ਪਾਵਨ ਸ਼ਬਦ ਦਾ ਉਚਾਰਨ ਕਰਦੇ ਹਾਂ, ਜਾਂ ਮਹਾਂਪੁਰਸ਼ਾਂ ਦੀ ਰਚਨਾ ਬੋਲਦੇ ਹਾਂ। ਅਨੇਕਾਂ ਹੋਈਆਂ ਗਲਤੀਆਂ ਮਾਫ ਕਰਨੀਆਂ। ਬਾਕੀ ਵਿਚਾਰ ਕੱਲ ਦੇ ਦੀਵਾਨ ਵਿੱਚ। ਦੇਵੋ ਅਸੀਸ, ਬੁਲਾਓ ਫਤਿਹ, ਸਭ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।